ਸਤਿਗੁਰ ਦੇਵ ਜੀ ਆਪਣੇ ਸਿੱਖ ਦੀ ਹਰ ਤਰ੍ਹਾਂ ਨਾਲ ਕਰਕੇ ਪਾਲਣਾ ਕਰਦੇ ਨੇ। ਗੁਰੂ ਆਪਣੇ ਸੇਵਕ ਪਰ ਸਦਾ ਹੀ ਦਿਆਲੂ ਹੁੰਦੇ ਨੇ। ਹੋਵੇ ਸਿੱਖ, ਇਹ ਗੱਲ ਨਾਲ ਹੈ। ਜੇ ਸਿੱਖ ਨਹੀਂ ਹੈਗਾ ਫੇਰ ਨਹੀਂ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਜਿਸ ਵੇਲੇ ਸਿੱਖ ਗੁਰੂ ਦੇ ਬਚਨੀ ਭਾਵ ਉਪਦੇਸ਼ ਦੁਆਰਾ ਹਰੀ ਦਾ ਨਾਮ ਉਚਰਾ ਜਪਦਾ, ਉਸ ਵੇਲੇ ਗੁਰੂ ਜੋ ਸਿੱਖ ਦੀ ਦੁਰਮਤ ਖੋਟੀ ਬੁੱਧੀ ਰੂਪ ਮੈਲ ਨੂੰ ਹਿਰੈ ਹੁੰਦਾ ਦੂਰ ਕਰ ਦਿੰਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਜਦੋਂ ਗੁਰੂ ਦਾ ਸਿੱਖ ਵਿਕਾਰਾਂ ਵੱਲੋਂ ਹਟ ਜਾਂਦਾ ਹੈ, ਉਸ ਵੇਲੇ ਗੁਰੂ ਸਿੱਖ ਦੇ ਬੰਧਨ ਕੱਟ ਦਿੰਦਾ ਹੈ। ਸਤਿਗੁਰੂ ਸਿੱਖ ਦੇ ਬੰਧਨ ਕੱਟ ਦਿੰਦਾ ਹੈ। ਕਿਵੇਂ ਪਤਾ ਲੱਗੇ ਕਿ ਬੰਧਨ ਕੱਟੇ ਗਏ ਨੇ? ਗੁਰੂ ਦਾ ਸਿੱਖ ਵਿਕਾਰਾਂ ਵੱਲੋਂ ਜੋ ਹਟ ਗਿਆ, ਇਸ ਤੋਂ ਪਤਾ ਲੱਗਦਾ ਗੁਰੂ ਨੇ ਸਿੱਖ ਦੇ ਬੰਧਨ ਕੱਟ ਦਿੱਤੇ ਸਾਰੇ। ਜਾਂ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ, ਸਿੱਖ ਦੇ ਸਾਰੇ ਬੰਧਨ ਕੱਟ ਦਿੰਦੇ ਮਾਇਆਵੀ, ਗੁਰੂ ਕਾ ਸਿੱਖ ਆਪਣੇ ਆਪ ਵਿਕਾਰਾਂ ਵੱਲੋਂ ਹਟ ਜਾਂਦਾ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਿਹੜੇ ਸਿੱਖ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨਾਮ ਧਨ ਦਿੰਦੇ ਨੇ, ਉਹ ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦਿੰਦਾ। ਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਸਤਿਗੁਰੂ ਆਪਣੇ ਸਿੱਖ ਨੂੰ ਆਪਣੇ ਜੀ ਭਾਵ ਦਿਲ ਨਾਲ ਯਾਦ ਕਰਦਾ ਹੈ। ਜਿਵੇਂ ਭਾਈ ਦਇਆ ਸਿੰਘ ਨੇ ਪੁੱਛਿਆ ਸੀ, ਮਹਾਰਾਜ ਉਂਗਲਾਂ ਤੇ ਪੋਟਿਆਂ ਤੇ ਕੀ ਯਾਦ ਕਰਦੇ ਹੋ ਅੱਜ? ਕਹਿੰਦੇ ਜਿਹੜੇ ਮੈਨੂੰ ਯਾਦ ਕਰਦੇ ਆ ਭਾਈ ਦਇਆ ਸਿਆਂ, ਮੈਂ ਉਹਨਾਂ ਨੂੰ ਯਾਦ ਕਰਦਾ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮਹਿ ਸਹੈ। ਜੋ ਸੇਵਕ ਗੁਰੂ ਦੇ ਘਰ ਵਿੱਚ ਆ ਕੇ ਰਹਿੰਦਾ ਤੇ ਗੁਰੂ ਦੀ ਆਗਿਆ ਨੂੰ ਆਪਣੇ ਮਨ ਵਿੱਚ ਸਹਾਰਦਾ। ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਤਿ ਧਿਆਵੈ। ਆਪਣੇ ਆਪ ਨੂੰ ਕੁਛ ਕਰਕੇ ਜਣਾਉਂਦਾ ਹੀ ਨਹੀਂ ਅਤੇ ਹਿਰਦੇ 'ਚ ਸਦਾ ਹਰ ਹਰ ਨਾਮ ਨੂੰ ਧਿਆਉਂਦਾ ਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜੋ ਆਪਣੇ ਮਨ ਨੂੰ ਸਤਿਗੁਰਾਂ ਦੇ ਪਾਸ ਵੇਚ ਦਿੰਦਾ ਹੈ, ਉਸ ਸੇਵਕ ਦੇ ਸਾਰੇ ਕਾਰਜ ਰਾਸ ਜਿਹੜੇ ਨੇ ਕੰਮ ਪੂਰੇ ਹੋ ਆਉਂਦੇ ਨੇ। ਸੇਵਾ ਕਰਤ ਹੋਏ ਦੇ ਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਜੋ ਸੇਵਾ ਕਰਦਾ ਹੋਇਆ ਨੇਕ ਕਾਮੀ ਕਾਮਨਾ ਤੋਂ ਰਹਿਤ ਹੋ ਜਾਂਦਾ, ਉਹਨੂੰ ਸੁਆਮੀ ਅਕਾਲ ਪੁਰਖ ਜੀ ਪ੍ਰਾਪਤ ਹੁੰਦੇ ਨੇ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਸਤਿਗੁਰੂ ਫਰਮਾਉਂਦੇ, ਜਿਸ ਉੱਤੇ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਆਪ ਕਰਦਾ ਹੈ, ਉਹੀ ਸੇਵਕ ਹੋ ਕੇ ਗੁਰਾਂ ਦੀ ਮੱਤ ਹੁੰਦੀ ਸਿੱਖਿਆ ਲੈਂਦਾ ਹੈ। ਵੀ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। 20 ਵਿਸਵੇ ਹੁੰਦਾ ਨਿਸ਼ਚੇ ਨਾਲ ਜੋ ਗੁਰਾਂ ਦਾ ਮਨ ਮੰਤਰ ਮੰਨਦਾ। ਸੋ ਜਿਵੇਂ 20 ਵਿਸਵੇ ਦਾ ਪੂਰਾ ਵਿਗਾ ਹੁੰਦਾ 1000 ਗਜ ਦਾ, ਇਸ ਕਰਕੇ 20 ਵਿਸਵੇ ਦਾ ਅਰਥ ਪੂਰਾ। ਜਿਵੇਂ ਕਹਿੰਦੇ ਪੂਰਾ 16 ਆਨੇ ਆ ਇਹ ਪੁਰਾਣੀ ਬੋਲੀ 'ਚ 100% A to Z। ਇਹ ਨਵੇਂ ਨਵੇਂ ਅੱਖਰ ਫਿਰ ਬਦਲ ਜਾਂਦੇ ਆ। ਸੋ ਜਿਸ ਸੇਵਕ ਉੱਤੇ ਗੁਰੂ ਦਾ ਮਨ 20 ਵਿਸਵੈ ਪੂਰਾ ਪੂਰਾ ਮੰਨਿਆ ਜਾਂਦਾ ਹੈ, ਸੋ ਉਹ ਸੇਵਕ ਪਰਮੇਸ਼ਰ ਦੀ ਗਤ ਪਾਪ ਪ੍ਰਾਪਤੀ ਨੂੰ ਜਾਣਦਾ ਹੈ। ਸੋ ਸਤਿਗੁਰੂ ਜਿਸ ਹਿਰਦੈ ਹਰਿ ਨਾਉ, ਅਨਕ ਬਾਰ ਗੁਰ ਕਉ ਬਲ ਜਾਓ। ਪੂਰਾ ਸਤਿਗੁਰੂ ਉਹੀ ਹੈ ਜਿਸ ਗੁਰੂ ਦੇ ਹਿਰਦੇ 'ਚ ਹਰੀ ਨਾਮ ਵਸਦਾ। ਇਹੋ ਜਿਹੇ ਗੁਰੂ ਤੋਂ ਮੈਂ ਅਨੇਕਾਂ ਵਾਰੀ ਬਲਿਹਾਰ ਕੁਰਬਾਨ ਜਾਂਦਾ। ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਉਹ ਗੁਰੂ ਜੀਵਾਂ ਨੂੰ ਸਰਬ ਨਿਧਾਨ ਹੁੰਦਾ ਹੈ, ਖਜ਼ਾਨਿਆਂ ਦਾ ਦਾਤਾ ਹੈ, ਜੋ 8 ਪਹਿਰ ਪਾਰ ਬ੍ਰਹਮ ਦੇ ਰੰਗ ਵਿੱਚ ਰਤਿਆ ਰਹਿੰਦਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਏਕੈ ਆਪ ਨਹੀਂ ਕਛ ਭਰਮ। ਬ੍ਰਹਮ ਦੇ ਵਿੱਚ ਗੁਰਮੁਖ ਜਨ ਅਤੇ ਗੁਰਮੁਖ ਜਨ ਦੇ ਵਿੱਚ ਪਾਰ ਬ੍ਰਹਮ ਅਭੇਦ ਰੂਪ ਹੈ, ਦੋਵੇਂ ਆਪਸ ਵਿੱਚ ਇੱਕ ਰੂਪ ਹਨ। ਸੋ ਇਸ ਵਿੱਚ ਕੋਈ ਭਰਮ ਭੇਦ ਵਾਲੀ ਗੱਲ ਨਹੀਂ ਦੱਸੀ ਅਸੀਂ, ਇਹ ਗੱਲ ਸਹੀ ਹੈ। ਸਹਸ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਬੜ ਭਾਗੀ ਪਾਈਐ। ਸਹਸ ਹੁੰਦਾ ਹਜ਼ਾਰਾਂ ਲੱਖਾਂ ਸਿਆਣਪਾਂ ਨਾਲ ਨਹੀਂ ਲਿਆ ਜਾਂਦਾ ਸਿਆਣੇ ਬਣ ਕੇ। ਮਹਾਰਾਜ ਫਰਮਾਉਂਦੇ ਇਹੋ ਜਿਹਾ ਗੁਰੂ ਤਾਂ ਸਿਰਫ ਵੱਡਿਆਂ ਭਾਗਾਂ ਕਰਕੇ ਪਾਇਆ ਜਾਂਦਾ ਹੈ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਸੋ ਗੁਰੂ ਦਾ ਸਫਲ ਦਰਸ਼ਨ ਵੇਖਣ ਕਰਕੇ ਹਿਰਦਾ ਪੁਨੀਤ ਪਵਿੱਤਰ ਹੁੰਦਾ ਤੇ ਗੁਰੂ ਦੇ ਚਰਨਾਂ ਨੂੰ ਪਰਸਦਿਆਂ ਨਿਰਮਲ ਰੀਤੀ ਦੀ ਗਤ ਜਿਹੜੀ ਹੁੰਦੀ ਹੈ ਪ੍ਰਾਪਤੀ ਹੁੰਦੀ ਹੈ। ਨਿਰਮਲ ਰੀਤੀ ਦੀ ਪ੍ਰਾਪਤੀ ਹੁੰਦੀ, ਗਤ ਹੁੰਦੀ ਪ੍ਰਾਪਤੀ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਵੇ। ਗੁਰੂ ਦੇ ਨਾਲ ਭੇਟਤ ਹੁੰਦਾ ਮਿਲ ਕੇ ਰਾਮ ਦੇ ਗੁਣਾਂ ਨੂੰ ਰਵੇ।
ਉਚਾਰੇ ਸਤਸੰਗ 'ਚ ਬਹਿ ਕੇ, ਤਾਂ ਪਾਰ ਬ੍ਰਹਮ ਦੀ ਦਰਗਾਹ ਵਿੱਚ ਬੜੇ ਆਦਰ ਮਾਣ ਨਾਲ ਗਵੇ ਹੁੰਦਾ ਜਾਂਦਾ ਹੈ। ਪਾਰ ਬ੍ਰਹਮ ਦੀ ਦਰਗਾਹ ਵਿੱਚ ਇਸ ਦਾ ਜਸ ਗਵੇ ਗਾਵਿਆ ਜਾਂਦਾ ਹੈ। ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ। ਗੁਰੂ ਦੇ ਸ਼ੁਭ ਬਚਨ ਸੁਣ ਕੇ ਕਰਨ ਆਗਾਨੇ, ਭਾਵ ਕੰਨ ਰੱਜ ਗਏ, ਆਤਮ ਸਰੂਪ ਵਿੱਚ ਪਤਿਆਨੇ, ਭਰੋਸੇ ਦੇ ਹੋਣ ਕਰਕੇ ਮਨ ਵਿੱਚ ਸੰਤੋਖ ਹੋ ਗਿਆ। ਪੂਰਾ ਗੁਰ ਆਖਿਆਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਉਹ ਪੂਰਾ ਗੁਰੂ ਹੈ ਜਿਸ ਦਾ ਮੰਤਰ ਆਖਿਆਓ ਹੁੰਦਾ, ਨਾਸ ਤੋਂ ਰਹਿਤ ਹੈ। ਸੋ ਆਖਾਓ ਨਹੀਂ ਕਰਨਾ, ਅੱਧਾ ਯਈਆ ਲੱਗਿਆ ਪੈਰ ਦੇ ਵਿੱਚ, ਆਖਿਆਓ। ਜਗਿਆਸੂ ਨੂੰ ਆਖਿਆਓ ਹੁੰਦਾ, ਨਾਸ ਤੋਂ ਰਹਿਤ ਕਰਨ ਵਾਲਾ। ਜਿਸ ਵੇਲੇ ਪੂਰੇ ਗੁਰੂ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਵੇਖਦੇ ਹਨ ਤਾਂ ਵਿਕਾਰੀ ਬੰਦਾ ਵੀ ਸੰਤ ਬਣ ਜਾਂਦਾ, ਜਿਵੇਂ ਵੇਸਵਾ ਤਾਰਤੀ ਹੈ ਜਾਂ ਮਲ ਤਾਰਤਾ ਸੀ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵ ਹੈ ਤਿਸ ਲਏ ਮਿਲਾਏ। ਗੁਰੂ ਸਾਹਿਬਾਂ ਦੇ ਗੁਣ ਬੇਅੰਤ ਹਨ, ਕੀਮਤ ਨਹੀਂ ਪਾਈ ਜਾਂਦੀ ਭਾਈ। ਗੁਰੂ ਜੀ ਫਰਮਾਉਂਦੇ ਆ ਸਤਿਗੁਰੂ ਕਿ ਜਿਹਨੂੰ ਭਾਵ ਹੈ, ਚਾਹੁੰਦੇ ਹਨ ਨਾ, ਉਹਨੂੰ ਆਪਣੇ ਨਾਲ ਸਤਿਗੁਰੂ ਮਿਲਾ ਲੈਂਦੇ ਹਨ। ਜਿਹਬਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ। ਸਾਡੀ ਜੀਭ ਇੱਕ ਹੈ, ਵਾਹਿਗੁਰੂ ਦੀ ਉਸਤਤੀ ਅਨੇਕ ਪ੍ਰਕਾਰ ਦੀ ਹੈ। ਉਹ ਅਕਾਲ ਪੁਰਖ ਸੋ ਸਤ ਸਰੂਪ ਹੈ ਅਤੇ ਪੂਰਨ ਵਿਵੇਕ ਗਿਆਨਵਾਨ ਹੈ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਅਗਮ ਅਗੋਚਰ ਪ੍ਰਭ ਨਿਰਬਾਨੀ। ਕਾਹੂ ਬੋਲ ਹੁੰਦਾ ਕਿਸੇ ਬਚਨ ਕਰਕੇ ਵੀ ਇਹ ਜੀਵ ਪਰਮੇਸ਼ਰ ਪਾਸ ਨਹੀਂ ਪਹੁੰਚ ਸਕਦਾ। ਉਹ ਵਾਹਿਗੁਰੂ ਮਨ ਕਰਕੇ, ਅਗਮ ਇੰਦਰੀਆਂ ਕਰਕੇ, ਅਵਿਸ਼ੇ ਅਤੇ ਨਿਰਬਾਨੀ ਬੰਧਨਾਂ ਤੋਂ ਰਹਿਤ ਹੈ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ। ਨਿਰਾਹਾਰ ਭੋਜਨ ਤੋਂ ਰਹਿਤ ਹੈ, ਹਾਰ ਤੋਂ ਰਹਿਤ ਹੈ, ਵੈਰ ਭਾਵ ਤੋਂ ਰਹਿਤ ਹੈ, ਸੁੱਖਾਂ ਦੇ ਦੇਣ ਵਾਲਾ ਹੈ। ਉਸ ਵਾਹਿਗੁਰੂ ਦੀ ਕੀਮਤ ਕਿਸੇ ਵੀ ਨਹੀਂ ਪਾਈ ਅੱਜ ਤੱਕ। ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ। ਅਨੇਕਾਂ ਭਗਤ ਉਹਨੂੰ ਨਿਤਾ ਪ੍ਰਤੀ ਬੰਧਨ ਕਰਦੇ ਨੇ, ਨਮਸਕਾਰਾਂ ਕਰਦੇ ਨੇ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਅਤੇ ਹਿਰਦੇ ਵਿੱਚ ਉਹਦੇ ਚਰਨ ਕਮਲਾਂ ਨੂੰ ਸਿਮਰਦੇ ਹਨ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਸਤਿਗੁਰੂ ਫਰਮਾਉਂਦੇ ਮੈਂ ਆਪਣੇ ਸਤਿਗੁਰੂ ਤੋਂ ਸਦਾ ਹੀ ਬਲਿਹਾਰ ਜਾਂਦਾ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ ਤੋਂ ਬਲਿਹਾਰ ਜਾਂਦਾ। ਧੰਨ ਗੁਰੂ ਅਰਜਨ ਦੇਵ ਜੀ ਤੋਂ ਆਪਾਂ ਬਲਿਹਾਰ ਜਾਈਏ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਲਿਹਾਰ ਜਾਈਏ। ਜਿਸ ਗੁਰੂ ਦੀ ਕਿਰਪਾ ਨਾਲ ਇਹੋ ਜਿਹੇ ਗੁਣਾਂ ਵਾਲੇ ਪ੍ਰਭੂ ਨੂੰ ਜਪਦੇ ਆ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਇਸ ਹਰੀ ਨਾਮ ਰਸ ਨੂੰ ਕੋਈ ਵਿਰਲਾ ਹੀ ਜੀਵ ਪਾਉਂਦਾ। ਜੋ ਨਾਮ ਅੰਮ੍ਰਿਤ ਨੂੰ ਪੀਂਦਾ ਉਹ ਅਮਰ ਹੋ ਜਾਂਦਾ। ਉਸ ਪੁਰਖ ਕਾ ਨਾਹੀ ਕਦੇ ਵਿਨਾਸ਼, ਜਾ ਕੈ ਮਨ ਪ੍ਰਗਟੇ ਗੁਣਤਾਸ। ਉਸ ਪੁਰਖ ਦਾ ਕਦੇ ਨਾਸ ਨਹੀਂ ਹੁੰਦਾ ਜਿਹਦੇ ਮਨ ਵਿੱਚ ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਪ੍ਰਗਟ ਹੁੰਦਾ। ਆਠ ਪਹਿਰ ਹਰ ਕਾ ਨਾਮ ਲੈ, ਸੱਚ ਉਪਦੇਸ਼ ਸੇਵਕ ਕਉ ਦੇ। ਦੇ ਪਾਠ ਕਰਨਾ ਹੈ ਕਿਉਂਕਿ ਈੜੀ ਸਿਆਰੀ ਲੱਗੀ ਹੋਈ ਹੈ। ਦੇ ਉਹ ਅੱਠੇ ਪਹਿਰ ਹਰੀ ਦਾ ਨਾਮ ਲੈਂਦਾ, ਭਾਵ ਜਪਦਾ, ਤੇ ਆਪਣੇ ਸੇਵਕ ਨੂੰ ਵੀ ਸੱਚ ਨਾਮ ਸਿਮਰਨ ਦਾ ਉਪਦੇਸ਼ ਦਿੰਦਾ। ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ। ਮਾਇਆ ਦੇ ਸੰਗ ਵਿੱਚ ਰਹਿ ਕੇ ਵੀ ਮੋਹ ਦਾ ਲੇਪ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਮਨ ਵਿੱਚ ਇੱਕ ਹਰ ਹਰ ਨੂੰ ਯਾਦ ਰੱਖਦਾ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ। ਜਿਵੇਂ ਦੀਵੇ ਦੇ ਪ੍ਰਕਾਸ਼ ਹੋਣ ਕਰਕੇ ਹਨੇਰਾ ਦੂਰ ਹੋ ਜਾਂਦਾ, ਸਤਿਗੁਰੂ ਫਰਮਾਉਂਦੇ ਐਵੇਂ ਨਾਮ ਦੇ ਪ੍ਰਤਾਪ ਕਰਕੇ ਉਹਦੇ ਹਿਰਦੇ ਦੇ ਵਿੱਚੋਂ ਭਰਮ ਮੋਹ ਅਤੇ ਦੁੱਖ ਦਾ ਨਾਸ ਹੋ ਜਾਂਦਾ। ਤਪਤ ਮਾਹੇ ਠਾਣ ਵਰਤਾਈ, ਅੰਧ ਭਇਆ ਦੁੱਖ ਨਾਠੇ ਭਾਈ। ਸੋ ਤ੍ਰਿਸ਼ਨਾ ਰੂਪੀ ਅੱਗ ਨਾਲ ਤਪਦੇ ਹੋਏ ਹਿਰਦੇ ਵਿੱਚ ਠਾਣ ਭਾਵ ਠੰਡ ਸ਼ਾਂਤੀ ਵਰਤਾ ਦਿੱਤੀ ਹੈ। ਭਾਈ ਹੁਣ ਮੈਂ ਆਨੰਦ ਹੋ ਗਿਆ, ਸਾਰੇ ਦੁੱਖ ਨਸ ਗਏ, ਦੌੜ ਗਏ ਹਨ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਪੂਰਨ ਸੰਤਾਂ ਦੇ ਉਪਦੇਸ਼ ਕਰਕੇ ਜਨਮ ਮਰਨ ਦੇ ਸਾਰੇ ਅੰਦੇਸੇ, ਸੰਸੇ ਭੁਲੇਖੇ ਸਾਰੇ ਮਿਟੇ ਦੂਰ ਹੋ ਗਏ ਨੇ। ਪੂਰਨ ਸਤਿਗੁਰੂ ਦੇ ਉਪਦੇਸ਼ ਕਰਕੇ ਕਿਰਪਾ ਹੋ ਗਈ ਹੁਣ। ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਧ ਮਨ ਤੇ ਖੈ ਨਸੇ। ਜਮਾਂ ਦਾ ਜਿਹੜਾ ਡਰ ਚੁੱਕ ਗਿਆ, ਡਰ ਤੋਂ ਰਹਿਤ ਹੋ ਕੇ ਸਰੂਪ ਘਰ ਵਿੱਚ ਵਸੇ ਆ। ਸਾਰੇ ਵਿਆਧ ਜਿਹੜੇ ਸੀ ਰੋਗ ਉਹ ਮਨ ਵਿੱਚੋਂ ਨਸ ਕੇ ਖੈ ਹੋ ਗਏ, ਨਾਸ ਹੋ ਗਏ। ਜਿਸ ਕਾ ਸਾਥ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਜਿਹਦਾ ਮੈਂ ਸੇਵਕ ਸੀ ਉਸੇ ਨੇ ਕਿਰਪਾ ਦ੍ਰਿਸ਼ਟੀ ਧਾਰੀ ਭਾਵ ਕੀਤੀ ਆ, ਤੇ ਉਹਨਾਂ ਦੀ ਸਤ ਸੰਗਤ ਵਿੱਚ ਬੈਠ ਕੇ
ਮੁਰਾਰੀ ਜੋ ਪਰਮੇਸ਼ਰ ਆ ਉਹਦਾ ਨਾਮ ਜਪਿਆ ਬੈਠ ਕੇ ਸੰਗਤ ਵਿੱਚ। ਤਿਤ ਪਾਈ ਚੂਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ। ਸਤਿਗੁਰੂ ਫਰਮਾਉਂਦੇ ਆ, ਸਰਵਨ ਹੁੰਦਾ ਕੰਨੀ ਹਰ ਹਰ ਵਾਹਿਗੁਰੂ ਦਾ ਜਸ ਸੁਣ ਕੇ ਥਿਤ ਪਾ ਲਈ, ਟਿਕਾਉ ਪਾ ਲਿਆ, ਇਸਤਤੀ ਪਾਈ ਹੈ। 5 ਪ੍ਰਕਾਰ ਦਾ ਭਰਮ ਅਤੇ 84 ਲੱਖ ਜੂਨਾਂ ਦਾ ਜਿਹੜਾ ਗਵਨ ਸੀ, ਫਿਰਨਾ ਸੀ, ਚੁੱਕ ਗਿਆ, ਖਤਮ ਹੋ ਗਿਆ। ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹ ਵਾਹਿਗੁਰੂ ਆਪ ਹੀ ਨਿਰਗੁਣ ਬ੍ਰਹਮ ਹੈ ਤੇ ਆਪ ਹੀ ਸਰਗੁਣ ਸਰੂਪ ਹੋ ਰਿਹਾ ਹੈ, ਜਿਹਨੇ ਆਪਣੀ ਕਲਾ ਭਾਵ ਸ਼ਕਤੀ ਧਾਰ ਕੇ ਸਾਰੀ ਦੁਨੀਆ ਮੋਹੀ ਹੋਈ ਹੈ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਜਿਸ ਵਾਹਿਗੁਰੂ ਨੇ ਆਪਣੇ ਚਰਿਤ ਹੁੰਦੇ ਨੇ ਕੌਤਕ ਆਪ ਹੀ ਬਣਾਏ, ਆਪਣੀ ਕੀਮਤ ਨੂੰ ਆਪ ਹੀ ਪਾਉਂਦਾ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਉਹ ਸਾਰੀ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ, ਉਹ ਇੱਕੋ ਹੀ ਸਾਰਿਆਂ ਵਿੱਚ ਨਿਰੰਤਰ ਹੁੰਦਾ, ਇੱਕ ਰਸ ਪੂਰਨ ਹੈ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ। ਓਤ ਪੋਤ ਹੁੰਦਾ ਤਾਣੇ ਪੇਟੇ ਵਾਂਗ ਸਾਰਿਆਂ ਰੂਪਾਂ ਰੰਗਾਂ ਵਿੱਚ ਰਵਿਆ ਮਿਲਿਆ ਹੋਇਆ ਹੈ। ਸਾਧੂਆਂ ਦਾ ਸੰਗ ਪ੍ਰਾਪਤ ਹੋਣ ਨਾਲ ਉਸ ਵਾਹਿਗੁਰੂ ਦਾ ਪ੍ਰਗਾਸ ਹੁੰਦਾ, ਗਿਆਨ ਹੁੰਦਾ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ। ਜਿਹਨੇ ਸੰਸਾਰਕ ਰਚਨਾ ਰਚ ਕੇ ਇਸ ਵਿੱਚ ਆਪਣੀ ਕਲਾ ਧਾਰੀ ਟਿਕਾਈ ਹੋਈ ਆ ਸ਼ਕਤੀ, ਸਤਿਗੁਰੂ ਫਰਮਾਉਂਦੇ ਆ, ਮੈਂ ਉਸ ਤੋਂ ਅਨੇਕਾਂ ਵਾਰੀ ਬਲਿਹਾਰ ਜਾਂਦਾ ਹਾਂ। ਸ਼ਲੋਕ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਪਰਲੋਕ ਵਿੱਚ ਜੀਵ ਦੇ ਨਾਲ ਭਜਨ ਸਿਮਰਨ ਤੋਂ ਬਿਨਾਂ ਕੁਝ ਨਹੀਂ ਚੱਲਦਾ। 19ਵੀਂ ਅਸ਼ਟਪਦੀ ਦੇ ਵਿੱਚ ਪਹਿਲੇ ਸ਼ਲੋਕ 'ਚ ਫਰਮਾਉਂਦੇ ਮਹਾਰਾਜ, ਫਿਰ ਉਹਦੀ ਵਿਆਖਿਆ ਕਰਨਗੇ ਅਸ਼ਟਪਦੀ ਵਿੱਚ, ਕਿ ਜਿਸ ਵਿਖਿਆ ਤੋਂ ਭਾ ਮਾਇਆ ਨੂੰ ਇੱਥੇ ਛੱਡ ਜਾਣਾ, ਉਹ ਮਾਇਆ ਸਾਰੀ ਛਾਰ ਸੁਆਹ ਵਾਂਗ ਨਿਕੰਮੀ ਹੈ, ਨਾਸਵੰਤ ਹੈ। ਮਹਾਰਾਜ ਫਰਮਾਉਂਦੇ, ਜੋ ਹਰ ਹਰ ਨਾਮ ਦਾ ਕਮਾਉਣਾ ਹੈ, ਇਹੋ ਸਾਰ ਹੁੰਦਾ ਸ੍ਰੇਸ਼ਟ ਧਨ, ਪਰਲੋਕ ਵਿੱਚ ਜੀਵ ਦੇ ਨਾਲ ਜਾਣ ਵਾਲਾ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ। 8 ਪੌੜੀਆਂ ਫਰਮਾਉਂਦੇ ਅੱਗੇ ਇਸੇ ਦੇ ਸੰਬੰਧ ਵਿੱਚ, ਕਿ ਸੰਤ ਜਨਾਂ ਨਾਲ ਮਿਲ ਕੇ ਇੱਕ ਨਾਮ ਦਾ ਵਿਚਾਰ ਕਰੋ, ਇੱਕ ਨਾਮ ਨੂੰ ਸਿਮਰੋ, ਇੱਕ ਨਾਮ ਹੀ ਆਧਾਰ ਆਸਰਾ ਲਵੋ, ਇੱਕ ਨਾਮ ਦੇ ਸਿਮਰਨ ਦਾ ਆਸਰਾ ਲਓ। ਆਵਰੋ ਭਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਦ ਮਹਿ ਉਰ ਧਾਰੋ। ਇਹ ਭਾਈ ਹੋਰ ਸਾਰੇ ਯਤਨ ਭੁਲਾ ਦਿਓ, ਗੁਰੂ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਔਰ ਹੁੰਦਾ ਵਿਸ਼ੇਸ਼ ਕਰਕੇ ਧਾਰਨਾ ਕਰੋ। ਰਿਦ ਔਰ ਮਨ ਬੁੱਧੀ ਵਿੱਚ ਗੁਰੂ ਦੇ ਚਰਨ ਕਮਲ ਧਾਰਨਾ ਕਰੋ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ। ਉਹ ਵਾਹਿਗੁਰੂ ਸਭ ਕਾਰਨਾਂ ਦੇ ਕਾਰਨ ਨੂੰ ਸਮਰੱਥ ਹੈ, ਉਸ ਦੀ ਹਰੀ ਨਾਮ ਰੂਪੀ ਵਸਤੂ ਨੂੰ ਦ੍ਰਿੜ ਮਨ ਹੋ ਕੇ ਗਹੋ ਗ੍ਰਹਿਣ ਕਰੋ। ਇਹੋ ਧਨ ਸੰਚਹੁ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ। ਇਸ ਹਰੀ ਨਾਮ ਧਨ ਨੂੰ ਸੰਚੋ, ਇਕੱਠਾ ਕਰੋ, ਤਾਂ ਤੁਸੀਂ ਭਗਵੰਤ ਭਾਗਾਂ ਵਾਲੇ ਹੋ ਜਾਓਗੇ। ਭਗਵੰਤ ਹੁੰਦਾ ਪਰਮੇਸ਼ਰ ਦਾ ਸਰੂਪ ਹੋ ਜਾਓਗੇ। ਸੰਤ ਜਨਾਂ ਦਾ ਇਹੋ ਨਿਰਮਲ ਮੰਤਰ ਹੈ, ਭਾਵ ਸਲਾਹ ਹੈ, ਉਪਦੇਸ਼ ਹੈ ਕਿ ਨਾਮ ਧਨ ਨੂੰ ਇਕੱਠਾ ਕਰੋ। ਏਕ ਆਸ ਰੱਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ। ਸਤਿਗੁਰੂ ਫਰਮਾਉਂਦੇ, ਆਪਣੇ ਮਨ ਵਿੱਚ ਇੱਕ ਵਾਹਿਗੁਰੂ ਦੀ ਆਸ ਰੱਖੋ, ਫਿਰ ਤੁਹਾਡੇ ਸਾਰੇ ਰੋਗ ਮਿਟ ਜਾਣਗੇ, ਵਾਹਿਗੁਰੂ ਦੀ ਕਿਰਪਾ ਹੋ ਜਾਏਗੀ। ਵਾਹਿਗੁਰੂ ਦਾ ਨਾਮ ਹਮੇਸ਼ਾ ਮਨ 'ਚ ਵਸਾ ਕੇ ਰੱਖੋ। ਜਿਸ ਤਨ ਕੋ 4 ਕੁੰਟ ਉਠ ਧਾਵਹਿ, ਸੋ ਤਨ ਹਰ ਸੇਵਾ ਤੇ ਪਾਵਹਿ। ਭਾਈ, ਜਿਸ ਧਨ ਨੂੰ ਲੈਣ ਵਾਸਤੇ ਤੂੰ 4 ਕੁੰਟਾਂ 4 ਦਿਸ਼ਾ ਵਿੱਚ ਦੌੜਦਾ ਉੱਠ ਉੱਠ ਕੇ, ਉਹ ਧਨ ਹਰੀ ਦੀ ਸੇਵਾ ਤੋਂ ਪਾ ਲਏਗਾ। ਜਿਸ ਸੁਖ ਕਉ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਇਹ ਭਾਈ, ਜਿਸ ਸੁਖ ਨੂੰ ਤੂੰ ਨਿਤਾ ਪ੍ਰਤੀ ਬਾਛੈ ਭਾਵ ਚਾਹੁੰਦਾ ਹੈ, ਸੋ ਹੇ ਮਿੱਤਰ, ਜਿਹੜੇ ਸੁਖ ਨੂੰ ਤੂੰ ਨਿਤਾ ਪ੍ਰਤੀ ਚਾਹੁੰਦਾ ਹੈ, ਉਹ ਸੁਖ ਸਾਧੂਆਂ ਦੀ ਪ੍ਰੀਤੀ ਕਰਨ ਤੇ ਮਿਲਦਾ। ਜਿਸ ਸੋਭਾ ਕਉ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ। ਜਿਸ ਸੋਭਾ ਵਾਸਤੇ ਤੂੰ ਭਲੀ ਚੰਗੀ ਕਰਤੂਤ ਕਰਤੱਬਤਾ ਕਰਦਾ, ਮੇਰੀ ਸੋਭਾ ਹੋ ਜੇ ਦੁਨੀਆ 'ਚ, ਉਹ ਸੋਭਾ ਹਰੀ ਦੀ ਸ਼ਰਨੀ ਪ੍ਰਾਪਤ ਹੁੰਦੀ ਹੈ। ਉਹ ਸੋਭਾ ਵਾਸਤੇ ਤੂੰ ਭੱਜ ਕੇ ਹਰੀ ਦੀ ਸ਼ਰਨ ਵਿੱਚ ਪੈਣਾ ਕਰ। ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟਾਏ ਹਰ ਅਵਖਦ ਲਾਏ। ਅਨੇਕ ਉਪਾਵਾਂ ਦੇ ਕਰਨ ਨਾਲ ਜਿਹੜਾ ਰੋਗ ਨਹੀਂ ਜਾਂਦਾ, ਉਹ ਰੋਗ ਹਰੀ ਨਾਮ ਰੂਪੀ ਅਵਖਦ ਜਿਹੜੀ ਦਵਾਈ ਦੇ ਲੱਗਣ ਨਾਲ
ਭਾਵ ਖਾਣ ਨਾਲ ਮਿਟ ਜਾਂਦਾ। ਸਰਬ ਨਿਧਾਨ ਮਹਿ ਹਰਿ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ। ਸਾਰੇ ਖਜ਼ਾਨਿਆਂ ਵਿੱਚੋਂ ਹਰੀ ਨਾਮ ਹੀ ਵੱਡਾ ਖਜ਼ਾਨਾ ਹੈ। ਸਤਿਗੁਰੂ ਕਥਨ ਕਰਦੇ ਹੈ ਕਿ ਜਿਹਨੇ ਨਾਮ ਨੂੰ ਜਪਿਆ ਉਹ ਦਰਗਾਹ ਵਿੱਚ ਪ੍ਰਮਾਣਿਕ ਹੁੰਦਾ ਹੈ। ਮਨ ਪ੍ਰਬੁੱਧ ਹੋ ਹਰਿ ਕੈ ਨਾਏ, ਦਹਿ ਦਿਸ ਧਾਵਤ ਆਵੈ ਠਾਏ। ਹਰੀ ਦੇ ਨਾਮ ਕਰਕੇ ਆਪਣੇ ਮਨ ਨੂੰ ਪ੍ਰਬੁੱਧੋ ਭਾਵ ਸਮਝਾਓ ਤਾਂ 10 ਦਿਸ਼ਾ ਵੱਲ ਜਿਹੜਾ ਧਾਵਤ ਦੌੜਨ ਵੱਲੋਂ ਹਟ ਕੇ ਆਪਣੇ ਠਾਂਏ ਆ ਜੇ, ਟਿਕਾਣੇ ਆ ਜੇ, ਹਿਰਦੇ ਰੂਪ ਟਿਕਾਣੇ 'ਚ ਆ ਜੇ ਅੰਦਰ। ਤਾ ਕੋ ਵਿਘਨ ਨ ਲਾਗੈ ਕੋਇ, ਜਾ ਕੈ ਹਿਰਦੈ ਬਸੈ ਹਰਿ ਸੋਇ। ਉਹ ਜੀਵ ਨੂੰ ਕੋਈ ਵਿਘਨ ਨਹੀਂ ਲੱਗਦਾ ਜਿਹਦੇ ਹਿਰਦੇ ਵਿੱਚ ਉਹ ਹਰੀ ਵਸ ਜਾਂਦਾ। ਸਾਰੇ ਰਸਤੇ ਸਾਫ਼ ਹੋ ਜਾਂਦੇ ਉਹਦੇ। ਕਲ ਤਾਤੀ ਠਾਂਡਾ ਹਰਿ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਸੋ ਕਲਯੁਗ ਰਥ ਅਗਨ ਕਾ ਹੋਣ ਕਰਕੇ ਕਲਯੁਗ ਦੀ ਕਿਰਿਆ ਅੱਗ ਵਾਂਗੂ ਤੱਤੀ ਆ ਤੇ ਹਰੀ ਦਾ ਨਾਮ ਠੰਡਾ। ਹਰੀ ਨਾਮ ਨੂੰ ਸਿਮਰ ਕੇ ਨਿਤ ਸੁਖ ਪਾਉਣਾ ਕਰੋ। ਭਉ ਬਿਨ ਸਹਿ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ। ਨਾਮ ਜਪਣ ਕਰਕੇ ਜਮਾਂ ਦਾ ਡਰ ਬਿਨਸ ਜਾਂਦਾ, ਆਸਾ ਪੂਰਨ ਹੋ ਜਾਂਦੀ ਹੈ। ਪ੍ਰੇਮਾ ਭਗਤੀ ਕਰਨ ਨਾਲ ਆਤਮ ਜਿਹੜੀ ਆਪਣੇ ਸਰੂਪ ਦਾ ਪ੍ਰਗਾਸ ਭਾਵ ਗਿਆਨ ਹੁੰਦਾ ਹੈ। ਤਿਤ ਘਰ ਜਾਏ ਬਸਾਏ ਅਬਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ। ਮਹਾਰਾਜ ਕਥਨ ਕਰਦੇ ਆ ਫਿਰ ਇਹ ਜੀਵ ਉਸ ਅਬਿਨਾਸੀ ਘਰ ਵਿੱਚ ਜਾ ਕੇ ਵਸਦਾ ਜਿੱਥੇ ਗਿਆ ਇਹਦੇ ਗਲ ਵਿੱਚੋਂ ਜਮਾਂ ਦੀ ਫਾਹੀ ਕੱਟੀ ਜਾਂਦੀ ਆ। ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ। ਜਿਹੜਾ ਜੀਵ ਤਤ ਵਿਚਾਰ ਭਾਵ ਯਥਾਰਥ ਵਿਚਾਰ ਨੂੰ ਕਹਿੰਦਾ ਉਹ ਸੱਚਾ ਹੈ, ਅਤੇ ਜੋ ਕੱਚ ਦਾ ਵਿਚਾਰ ਕਰਦਾ ਉਹ ਕੱਚਾ ਪੁਰਸ਼ ਜੰਮਦਾ ਮਰਦਾ ਰਹਿੰਦਾ। ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਪਰਮੇਸ਼ਰ ਦੀ ਸੇਵਾ ਕਰਨ ਨਾਲ ਆਵਾਗਾਉਣ, ਆਉਣਾ ਜਾਣਾ, ਜੰਮਣਾ ਮਰਨਾ ਮਿਟ ਜਾਂਦਾ। ਆਪਾ ਭਾ ਹੰਕਾਰ ਨੂੰ ਤਿਆਗ ਕੇ ਗੁਰਦੇਵਾਂ ਦੀ ਸ਼ਰਨ ਵਿੱਚ ਪੈਣਾ ਕਰੇ। ਇਉ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ। ਇਸ ਤਰ੍ਹਾਂ ਕਰਨ ਨਾਲ ਰਤਨਾਂ ਵਾਂਗੂ ਅਮੋਲਕ ਮਨੁੱਖਾ ਜਨਮ ਦਾ ਉਧਾਰ ਹੁੰਦਾ ਹੈ। ਤਾਂ ਤੇ ਭਾਈ ਪ੍ਰਾਣਾਂ ਦੇ ਆਸਰਾ ਰੂਪ ਹਰ ਹਰ ਦੇ ਨਾਮ ਨੂੰ ਸਿਮਰਨਾ ਕਰ। ਅਨਕੋ ਪਾਵ ਨ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ। ਨਾਮ ਤੋਂ ਬਿਨਾਂ ਹੋਰ ਅਨੇਕਾਂ ਉਪਾਅ ਯਤਨ ਕਰਕੇ ਇਹ ਜੀਵ ਛੁੱਟਣੇ ਵਾਲਾ ਨਹੀਂ ਹੋ ਸਕਦਾ, ਚਾਹੇ ਸਿਮਰਤੀਆਂ ਸ਼ਾਸਤਰਾਂ ਵੇਦਾਂ ਨੂੰ ਵਿਚਾਰ ਲਵੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸਤਿਗੁਰੂ ਕਥਨ ਕਰਦੇ ਮਨ ਨੂੰ ਲਗਾ ਕੇ ਹਰੀ ਦੀ ਭਗਤੀ ਕਰੋ ਤਾਂ ਮਨ ਬੰਛਤ ਮਨ ਇੱਛਤ ਫਲ ਪਾ ਲਓਗੇ। ਸੰਗ ਨਾ ਚਾਲ ਸਥਿਰੈ ਤਨਾ, ਤੂੰ ਕਿਆ ਲਪਟਾਵ ਹੈ ਮੂਰਖ ਮਨਾ। ਪ੍ਰਤੱਖ ਧਨ ਨੇ ਤੇਰੇ ਨਾਲ ਨਹੀਂ ਚੱਲਣਾ। ਮੂਰਖ ਮਨਾ ਤੂੰ ਇਹ ਧਨ ਦੇ ਨਾਲ ਲੰਪਟ ਕਿਉਂ ਹੋ ਰਿਹਾ। ਸੁਤ ਮੀਤ ਕੁਟੰਬ ਅਰਬੰਤਾ, ਇਨ ਤੇ ਕਹੋ ਤੁਮ ਕਵਨ ਸਨਾਥਾ। ਪੁੱਤਰ ਇਹ ਮਿੱਤਰ ਇਹ ਟੱਬਰ ਬੰਤਾ ਇਸਤਰੀ ਇਹਨਾਂ ਦੇ ਵਿੱਚ ਲੱਗ ਕੇ ਤੂੰ ਆਪ ਹੀ ਦੱਸ ਕੌਣ ਕਲਿਆਣ ਸਹਿਤ ਹੋਇਆ। ਕਹੋ ਤੁਮ, ਤੂੰ ਆਪ ਹੀ ਦੱਸੋ, ਤੂੰ ਆਪ ਦੱਸ ਇਹਨਾਂ ਵਿੱਚੋਂ ਤੇਰੀ ਸਨਾਥਾ ਰੱਖਿਆ ਕਰਨ ਵਾਲਾ ਅੱਗੇ ਕੌਣ ਹੈ। ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ। ਰਾਜ ਭਾਗ ਦਾ ਜੋ ਰੰਗ ਆਨੰਦ ਹੈ ਤੇ ਜੋ ਮਾਇਆ ਦਾ ਵਿਸਤਾਰ ਪਸਾਰਾ ਹੈ, ਦੱਸੋ ਭਾਈ ਇਹਨਾਂ ਵਿੱਚੋਂ ਕੌਣ ਛਡਾਉਣ ਵਾਲਾ, ਇਹਨਾਂ ਵਿੱਚੋਂ ਕਿਹਦਾ ਛੁਟਕਾਰਾ ਹੋਇਆ। ਅਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾਸਾਰੀ। ਘੋੜੇ ਹਾਥੀ ਰਥ ਸਵਾਰੀ ਪਾਲਕੀਆਂ ਇਹ ਸਭ ਝੂਠਾ ਡੰਫ ਦਿਖਾਵਾ ਹੈ ਤੇ ਝੂਠਾ ਹੀ ਪਸਾਰਾ ਹੈ। ਇਹ ਝੂਠੇ ਡੰਫ ਦਿਖਾਵੇ ਕਰਕੇ ਜੀਵ ਝੂਠੇ ਪਸਾਰਿਆਂ ਵਾਲਾ ਹੋ ਰਿਹਾ। ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਜਿਸ ਪ੍ਰਮਾਤਮਾ ਨੇ ਇਹ ਸਾਰੇ ਪਦਾਰਥ ਦਿੱਤੇ ਉਹ ਬੇਸਮਝ ਉਹਨੂੰ ਜਾਣਦਾ ਹੀ ਨਹੀਂ। ਸਤਿਗੁਰੂ ਕਥਨ ਕਰਦੇ ਆ ਵੀ ਨਾਮ ਨੂੰ ਭੁਲਾ ਕੇ ਜੀਵ ਅੰਤ ਨੂੰ ਪਛਤਾਉਂਦਾ। ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਹ ਅਗਿਆਤ ਬੰਦਿਆ ਤੂੰ ਗੁਰਾਂ ਦੀ ਸਿੱਖਿਆ ਲੈਣਾ ਕਰ, ਕਿਉਂਕਿ ਭਗਤੀ ਤੋਂ ਬਿਨਾ ਬੜੇ ਬੜੇ ਸਿਆਣੇ ਬੰਦੇ ਸੰਸਾਰ ਸਮੁੰਦਰ ਡੁੱਬ ਗਏ ਆ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਇਹ ਮਨ ਦੇ ਪਿਆਰੇ ਮਿੱਤਰੋ, ਹਰੀ ਦੀ ਭਗਤੀ ਕਰੋ ਤਾਂ ਤੁਹਾਡਾ ਚਿੱਤ ਨਿਰਮਲ ਭਾਵ ਸ਼ੁੱਧ ਹੋ ਜਾਏਗਾ। ਚਰਨ ਕਮਲ ਰਾਖੋ ਮਨ ਮਾਹਿ, ਜਨਮ ਜਨਮ ਕੇ ਕਿਲ ਬਿਖ ਜਾਹਿ। ਸਤਿਗੁਰੂ ਜੀ ਕਥਨ ਕਰਦੇ ਹੈ ਕਿ ਗੁਰੂ ਜੀ ਦੇ ਚਰਨ ਕਮਲਾਂ ਦੇ ਧਿਆਨ ਨੂੰ ਮਨ ਵਿੱਚ ਵਸਾਈ ਰੱਖੋ ਤਾਂ ਤੁਹਾਡੇ ਜਨਮਾਂ ਜਨਮਾਂਤਰਾਂ ਦੇ ਕਿਲ ਬਿਖ ਜਿਹੜੇ ਆ ਵਿਆਹ ਰੂਪ ਪਾਪ ਸਾਰੇ ਮੁੱਕ ਜਾਣੇ, ਮਿਟ ਜਾਣੇ ਨੇ। ਆਪ ਜਪਹੁ ਅਬਰਾ ਨਾਮ ਜਪਾਵਹੁ, ਸੁਨਤ ਕਹਿਤ ਰਹਿਤ ਗਤ ਪਾਵਹੁ। ਆਪ ਨਾਮ ਜਪਣਾ ਕਰੋ, ਹੋਰਨਾਂ ਕੋਲੋਂ ਵੀ ਨਾਮ ਜਪਵਾਓ।
ਨਾਮ ਨੂੰ ਸੁਣਦੇ ਹੋਏ, ਮੂੰਹ ਨਾਲ ਕਹਿੰਦੇ ਹੋਏ ਅਤੇ ਇਸ ਰਹਿਣੀ ਵਿੱਚ ਰਹਿੰਦੇ ਹੋਏ ਗਤ ਹੁੰਦਾ ਮੁਕਤੀ ਪਾ ਲਓਗੇ ਭਾਈ। ਸਾਰ ਭੂਤ ਸਤ ਹਰਿ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ। ਸਤਿਗੁਰੂ ਕਥਨ ਕਰਦੇ ਨੇ ਵੀ ਸਾਰਿਆਂ ਵੇਦਾਂ ਸ਼ਾਸਤਰਾਂ ਦਾ ਸਾਰ ਭੂਤ ਸਿਧਾਂਤ ਰੂਪ ਜਿਸ ਹਰੀ ਦਾ ਸੱਚਾ ਨਾਮ ਹੈ, ਉਸ ਹਰੀ ਦੇ ਗੁਣ ਸਹਿ ਸੁਭਾਏ ਸੁਤੇ ਸਿੱਧ ਸ਼ਾਂਤੀ ਸੁਭਾਅ ਨਾਲ ਗਾਉਣਾ ਕਰੋ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਹਰੀ ਦੇ ਗੁਣ ਗਾਉਣ ਨਾਲ ਤੇਰੀ ਪਾਪਾਂ ਰੂਪੀ ਮੈਲ ਉਤਰ ਜਾਏਗੀ ਅਤੇ ਹਉਮੈ ਰੂਪੀ ਵਿਆਹ ਦਾ ਫੈਲਾਅ ਵੀ ਨਾਸ ਹੋ ਜਾਏਗਾ। ਹੋਏ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ। ਤੂੰ ਅਚਿੰਤ ਹੋ, ਬੇਫਿਕਰ ਹੋ ਕੇ ਸੁਖਾਂ ਨਾਲ ਵਸੇਂਗੇ। ਇਸ ਲਈ ਸਵਾਸ ਲੈਂਦਿਆਂ, ਗ੍ਰਾਸ ਹੁੰਦਾ ਭੋਜਨ ਖਾਂਦਿਆਂ ਹਰੀ ਨਾਮ ਨੂੰ ਯਾਦ ਕਰ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਇਹ ਮਨ ਤੂੰ ਆਪਣੇ ਦਿਲ ਦੀਆਂ ਸਾਰੀਆਂ ਸਿਆਣਪਾਂ ਛੱਡ ਕੇ ਸਤ ਸੰਗਤ ਕਰ, ਕਿਉਂਕਿ ਸਤ ਸੰਗਤ ਵਿੱਚੋਂ ਹੀ ਸੱਚੇ ਨਾਮ ਧਨ ਨੂੰ ਪਾਏਗਾ। ਹਰ ਪੂੰਜੀ ਸੰਚ ਕਰੋ ਵਿਵਹਾਰ, ਈਹਾਂ ਸੁਖ ਦਰਗਹ ਜੈਕਾਰ। ਸ਼ਰਧਾ ਰੂਪੀ ਪੂੰਜੀ ਸੰਚ ਇਕੱਠੀ ਕਰਕੇ ਹਰੀ ਨਾਮ ਦਾ ਵਿਹਾਰ ਕਰ, ਤਾਂ ਫਿਰ ਈਹਾਂ ਇਸ ਜਗਤ ਵਿੱਚ ਸੁਖ ਮਿਲੇਗਾ ਅਤੇ ਪ੍ਰਲੋਕ ਦਰਗਾਹ ਵਿੱਚ ਤੇਰੇ ਜੈ ਜੈਕਾਰੇ ਹੋਣੇ ਆ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤਕ ਲੇਖ। ਸਾਰਿਆਂ ਵਿੱਚ ਇੱਕ ਪ੍ਰਮਾਤਮਾ ਨੂੰ ਨਿਰੰਤਰ ਹੁੰਦਾ ਇੱਕ ਰਸ ਪਰਿਪੂਰਨ ਵੇਖਣਾ ਕਰ। ਸਤਿਗੁਰੂ ਫਰਮਾਉਂਦੇ ਜਿਹਦੇ ਮੱਥੇ ਤੇ ਲੇਖ ਚੰਗੇ ਲਿਖੇ ਹੋਏ ਨੇ, ਉਹੀ ਜੀਵ ਪ੍ਰਮਾਤਮਾ ਨੂੰ ਪੂਰਨ ਵੇਖਦਾ ਹੈ। ਏਕੋ ਜਪ ਏਕੋ ਸਾਲ ਆਹੇ, ਏਕ ਸਿਮਰ ਏਕੋ ਮਨ ਆਹੇ। ਇੱਕ ਭਗਵੰਤ ਨੂੰ ਜਪਣਾ ਕਰ, ਇੱਕ ਦੀ ਸ਼ਲਾਘਾ ਕਰ, ਇੱਕ ਨੂੰ ਹੀ ਸਿਮਰਨਾ ਕਰ, ਇੱਕ ਨੂੰ ਹੀ ਮਨ ਵਿੱਚ ਚਾਹਣਾ ਕਰ। ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕ ਬੇਅੰਤ ਰੂਪ ਵਾਹਿਗੁਰੂ ਦੇ ਹੀ ਗੁਣ ਗਾਉਣਾ ਕਰ ਅਤੇ ਤਨ ਮਨ ਦੇ ਵਿੱਚ ਇੱਕ ਭਗਵਾਨ ਨੂੰ ਜਪਣਾ ਕਰ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਆਪ। ਪਿੱਛੇ ਵੀ ਇੱਕ ਹਰੀ ਆਪ ਸੀ, ਹੁਣ ਵੀ ਇੱਕ ਹਰੀ ਆਪ ਹੈ, ਅੱਗੇ ਵੀ ਇੱਕ ਹਰੀ ਆਪ ਹੀ ਹੋਵੇਗਾ। ਉਹ ਪੂਰਨ ਵਾਹਿਗੁਰੂ ਸਾਰੇ ਸੰਸਾਰ ਵਿੱਚ ਪੂਰਨ ਹੋ ਰਿਹਾ ਹੈ। ਅਨੇਕ ਵਿਸਤਾਰ ਏਕ ਤੇ ਭਏ, ਏਕ ਅਰਾਧ ਪ੍ਰਾਚਿਤ ਗਏ। ਉਸ ਇੱਕ ਤੋਂ ਹੀ ਅਨੇਕਾਂ ਪਸਾਰੇ ਹੋਏ ਨੇ। ਇੱਕ ਦੇ ਆਰਾਧਨ ਕਰਕੇ ਗੁਰਮੁਖਾਂ ਦੇ ਸਾਰੇ ਪ੍ਰਾਚਿਤ ਹੁੰਦੇ, ਪ੍ਰਾਇਸ਼ਚਿਤ ਪਾਪ ਨਿਵਰਤ ਹੋ ਗਏ ਨੇ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਸੋ ਇੱਕ ਵਾਹਿਗੁਰੂ ਹੀ ਮਨ ਦੇ ਅੰਦਰ ਰਾਤਾ ਭਾਵ ਮਿਲਿਆ ਹੋਇਆ। ਸਤਿਗੁਰੂ ਕਥਨ ਕਰਦੇ ਆ, ਗੁਰਾਂ ਦੀ ਕਿਰਪਾ ਨਾਲ ਗੁਰਮੁਖਾਂ ਨੇ ਉਹ ਇੱਕ ਨੂੰ ਜਾਣ ਲਿਆ। ਸਤਿਗੁਰੂ ਕਥਨ ਕਰਦੇ, ਗੁਰਾਂ ਦੀ ਕਿਰਪਾ ਦੁਆਰੇ ਇੱਕ ਵਾਹਿਗੁਰੂ ਦੇ ਅੰਦਰ ਮਨ ਤਨ ਭਾਵ ਤਦਾਕਾਰ ਹੋਇਆ ਹੈ, ਤਾਂ ਇੱਕ ਵਾਹਿਗੁਰੂ ਨੂੰ ਜਾਤਾ ਜਾਣ ਲਿਆ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਹੇ ਵਾਹਿਗੁਰੂ, ਮੈਂ ਬਹੁਤ ਹੀ ਭਟਕਦਾ ਫਿਰਦਾ, 84 ਲੱਖ ਦੇ ਗੇੜੇ ਖਾਂਦਾ ਜੂਨਾਂ 'ਚ। ਆਪ ਦੀ ਮਹਿਮਾ ਸੁਣ ਕੇ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ। ਸਤਿਗੁਰੂ ਕਥਨ ਕਰਦੇ, ਜਗਿਆਸੂ ਆਖਦਾ, ਹੇ ਵਾਹਿਗੁਰੂ, ਦਾਸ ਦੀ ਇਹੋ ਬੇਨਤੀ, ਮੈਨੂੰ ਆਪਣੀ ਭਗਤੀ 'ਚ ਲਾ ਲਓ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ। ਅੱਗੇ 8 ਪੌੜੀਆਂ ਫਰਮਾਉਂਦੇ, ਇਹ ਵਾਹਿਗੁਰੂ ਦਾਸ ਜਾਚਕ ਭਾਵ ਮੰਗਤਾ ਹੋ ਕੇ ਇਹੋ ਦਾਨ ਜਾਚੈ ਤੋਂ ਭਾਵ ਮੰਗਦਾ ਹਾਂ ਜੀ। ਆਪ ਕਿਰਪਾ ਦ੍ਰਿਸ਼ਟੀ ਕਰਕੇ ਹਰੀ ਨਾਮ ਦਾਨ ਦੇਣਾ ਕਰੋ। ਸਾਧ ਜਨਾ ਕੀ ਮੰਗੋ ਤੂਰ, ਪਾਰ ਬ੍ਰਹਮ ਮੇਰੀ ਸਰਧਾ ਪੂਰ। ਮੈਂ ਸੰਤ ਜਨਾਂ ਦੀ ਚਰਨ ਧੂੜੀ ਮੰਗਦਾ, ਹੈ ਪਾਰ ਬ੍ਰਹਮ ਮੇਰੀ ਇਹ ਸ਼ਰਧਾ ਇੱਛਾ ਪੂਰਨ ਕਰ ਦਿਓ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮਹਿ ਧਿਆਵੋ। ਹੇ ਵਾਹਿਗੁਰੂ, ਮੈਂ ਸਦਾ ਸਦਾ ਆਪ ਦੇ ਗੁਣ ਗਾਉਂਦਾ ਰਹਾਂ। ਹੇ ਵਾਹਿਗੁਰੂ, ਸੋ ਅੰਦਰ ਸਵਾਸ ਜਾਂਦਿਆਂ ਬਾਹਰ ਸਵਾਸ ਆਉਂਦਿਆਂ ਆਪ ਨੂੰ ਧਿਆਉਂਦਾ ਰਹਾਂ। ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ। ਆਪ ਦੇ ਚਰਨਾਂ ਨਾਲ ਮੇਰੀ ਪ੍ਰੀਤੀ ਲੱਗੀ ਰਹੇ ਅਤੇ ਹੇ ਵਾਹਿਗੁਰੂ, ਨਿਤਾ ਪ੍ਰਤੀ ਆਪ ਦੀ ਭਗਤੀ ਕਰਦਾ ਰਹਾਂ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਮਨ ਕਰਕੇ ਇੱਕ ਆਪ ਦੀ ਓਟ ਹੋਵੇ, ਤਨ ਕਰਕੇ ਵੀ ਆਪ ਦਾ ਇੱਕ ਆਧਾਰ ਆਸਰਾ ਹੋਵੇ। ਸਤਿਗੁਰੂ ਕਥਨ ਕਰਦੇ, ਹੇ ਵਾਹਿਗੁਰੂ, ਮੈਂ ਆਪ ਦੇ ਸਾਰ ਸਿਧਾਂਤ ਰੂਪ ਸ੍ਰੇਸ਼ਟ ਨਾਮ ਨੂੰ ਮੰਗਦਾ ਹਾਂ ਜੀ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਮਹਾ ਸੁਖ ਹੁੰਦਾ, ਵੱਡੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪਰ ਹਰੀ ਨਾਮ ਰਸ ਨੂੰ ਕੋਈ ਵਿਰਲਾ ਪੁਰਸ਼ ਹੀ ਪਾਉਂਦਾ। ਜਿਨ ਚ ਆਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਜਿਨ੍ਹਾਂ ਨੇ ਹਰੀ ਨਾਮ ਰਸ ਨੂੰ ਚੱਖਿਆ ਉਹ ਪੁਰਸ਼ ਤ੍ਰਿਪਤ ਹੋਏ ਹਨ।
ਉਹ ਪੂਰਨ ਪੁਰਖ ਹੋਣ ਕਰਕੇ ਫਿਰ ਕਦੇ ਡੋਲਦੇ ਨਹੀਂ ਹਨ। ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ। ਉਹ ਪ੍ਰੇਮ ਰਸ ਦੇ ਰੰਗ ਹੁੰਦਾ ਆਨੰਦ ਵਿੱਚ, ਸੁਭਰ ਭਰੇ ਭਾਵ ਲਬਾ ਲਬ ਕਾਂਢਿਆਂ ਤੱਕ ਭਰੇ ਰਹਿੰਦੇ ਨੇ। ਉਹਨਾਂ ਸੰਤਾਂ ਦੇ ਸੰਗ ਵਿੱਚੋਂ ਹੋਰਨਾਂ ਜਗਿਆਸਾਂ ਨੂੰ ਹਰੀ ਨਾਮ ਰਸ ਦੀ ਪ੍ਰਾਪਤੀ ਦਾ ਚਾਉ ਪੈਦਾ ਹੁੰਦਾ ਹੈ। ਭਰੇ ਸਰਨਿਆਨ ਸਭ ਤਿਆਗ, ਅੰਤਰ ਪ੍ਰਗਾਸ ਅੰਦਿਨ ਲਿਵ ਲਾਗ। ਆਨ ਹੁੰਦਾ ਹੋਰ ਸਭਨਾਂ ਨੂੰ ਤਿਆਗ ਕੇ ਛੱਡ ਕੇ ਜੋ ਜਗਿਆਸੂ ਪੂਰਨ ਪੁਰਖਾਂ ਦੀ ਸ਼ਰਨ ਵਿੱਚ ਆ ਪਏ ਹਨ। ਆਨ ਦਿਨ ਹੁੰਦਾ ਰਾਤ ਦਿਨ ਵਾਹਿਗੁਰੂ ਵਿੱਚ ਲਿਵ ਲਗਾਉਣ ਕਰਕੇ ਉਹਨਾਂ ਦੇ ਹਿਰਦੇ ਅੰਦਰ ਪ੍ਰਕਾਸ਼ ਭਾਵ ਗਿਆਨ ਹੋਇਆ। ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਵੱਡੇ ਭਾਗਾਂ ਵਾਲਿਆਂ ਨੇ ਉਹਨੂੰ ਵਾਹਿਗੁਰੂ ਨੂੰ ਜਪਿਆ। ਸਤਿਗੁਰੂ ਕਥਨ ਕਰਦੇ ਆ, ਜੋ ਨਾਮੀ ਵਾਹਿਗੁਰੂ ਦੇ ਨਾਮ ਵਿੱਚ ਰਤੇ ਹਨ ਉਹਨਾਂ ਨੂੰ ਆਤਮ ਸੁਖ ਪ੍ਰਾਪਤ ਹੁੰਦਾ ਹੈ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਉਹ ਸੇਵਕ ਦੀ ਦਿਲੀ ਮੁਰਾਦ ਇੱਛਾ ਪੂਰੀ ਹੋ ਗਈ ਜਿਸ ਸੇਵਕ ਨੇ ਸਤਿਗੁਰਾਂ ਕੋਲੋਂ ਨਿਰਮਲ ਸਿੱਖਿਆ ਲਈ ਹੈ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ। ਜਿਸ ਵੇਲੇ ਸੇਵਕ ਜਨ ਉੱਤੇ ਵਾਹਿਗੁਰੂ ਦਿਆਲ ਹੋਇਆ ਤਾਂ ਦਾਸ ਨੂੰ ਸਦਾ ਲਈ ਨਿਹਾਲ ਕਰਤਾ, ਦੁੱਖਾਂ ਤੋਂ ਰਹਿਤ ਕਰਤਾ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਿਆ। ਉਹ ਸੇਵਕ ਜਨ ਮੋਹ ਦੇ ਸੰਸਾਰ ਦੇ ਬੰਧਨਾਂ ਨੂੰ ਕੱਟ ਕੇ ਮੁਕਤ ਹੋ ਗਿਆ, ਕਿਉਂਕਿ ਜਨਮ ਮਰਨ ਦਾ ਦੁੱਖ ਦੇਣ ਵਾਲਾ ਭਰਮ ਮਿਟ ਗਿਆ। ਸੋ ਜਿਸ ਤੇ ਉਹ ਮੁਕਤ ਰੂਪ ਹੋਇਆ, ਇਸ ਕਰਕੇ ਉਹਦਾ ਜਨਮ ਮਰਨ ਦਾ ਦੁੱਖ ਤੇ ਭਰਮ ਨਿਵਰਤ ਹੋ ਗਿਆ। ਇੱਛ ਪੁਨੀ ਸਰਧਾ ਸਭ ਪੂਰੀ, ਰਵ ਰਹਿਆ ਸਤ ਸੰਗ ਹਜੂਰੀ। ਇੱਛ ਪੁਨੀ, ਪਰਮੇਸ਼ਰ ਨੇ ਸਾਰੀ ਸ਼ਰਧਾ ਪੂਰੀ ਕੀਤੀ ਹੈ। ਇੱਛਾ ਸੀ ਮੁਕਤੀ ਦੀ ਪ੍ਰਾਪਤੀ ਦੀ, ਉਹ ਪੂਰੀ ਹੋ ਗਈ, ਤੇ ਸ਼ਰਧਾ ਸੀ ਪ੍ਰਭੂ ਦੇ ਮਿਲਾਪ ਦੀ, ਉਹ ਵੀ ਪੂਰੀ ਹੋ ਗਈ। ਸਦਾ ਅੰਗ ਸੰਗ ਹਾਜ਼ਰਾ ਹਜੂਰ, ਵਾਹਿਗੁਰੂ ਨੂੰ ਰਵ ਰਿਹਾ ਮਿਲ ਰਿਹਾ ਨਿਸ਼ਚੈ ਕੀਤਾ। ਜਿਸ ਕਾ ਸਾਥ ਤਿਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਮਹਾਰਾਜ ਕਥਨ ਕਰਦੇ, ਜਿਸ ਦਾ ਦਾਸ ਸਾਂ ਉਸ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਤੇ ਭਗਤੀ ਕਰਕੇ ਇਹ ਜੀਵ ਨਾਮੀ ਪ੍ਰਮਾਤਮਾ ਵਿੱਚ ਸਮਾਏ ਤੋਂ ਭਾਵ ਅਭੇਦ ਹੁੰਦਾ। ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਣੈ। ਜਿਹੜਾ ਵਾਹਿਗੁਰੂ ਕਿਸੇ ਦੀ ਕੀਤੀ ਹੋਈ ਘਾਲ ਕਮਾਈ ਮਿਹਨਤ ਨੂੰ ਐਵੇਂ ਨਹੀਂ ਗਿਆਉਂਦਾ, ਉਹ ਕਿਵੇਂ ਬਿਸਰੈ, ਉਹ ਭੁੱਲ ਕਿਵੇਂ ਸਕਦਾ ਆਪਾਂ ਨੂੰ। ਜਿਹੜਾ ਵਾਹਿਗੁਰੂ ਕਿਸੇ ਦੇ ਕੀਤੇ ਹੋਏ ਕਰਮ ਨੂੰ ਜਾਣਦਾ, ਉਹ ਕਿਵੇਂ ਭੁੱਲ ਸਕਦਾ ਆਪਾਂ ਨੂੰ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਜਿਸ ਵਾਹਿਗੁਰੂ ਨੇ ਜੀਵ ਨੂੰ ਸਭ ਕੁਝ ਦਿੱਤਾ ਹੈ, ਉਹ ਕਿਵੇਂ ਭੁੱਲ ਸਕਦਾ। ਜੋ ਜੀਵਾਂ ਦਾ ਜੀਵਨ ਰੂਪ ਹੈ, ਉਹ ਆਪਾਂ ਨੂੰ ਕਿਵੇਂ ਭੁੱਲ ਸਕਦਾ। ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਜਿਹੜਾ ਵਾਹਿਗੁਰੂ ਮਾਤਾ ਦੇ ਉਦਰ ਦੀ ਜਠਰ ਅਗਨੀ ਵਿੱਚ ਰੱਖਿਆ ਕਰਦਾ, ਉਹ ਕਿਵੇਂ ਭੁੱਲ ਸਕਦਾ। ਪਰ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਕੋਈ ਵਿਰਲਾ ਬੰਦਾ ਹੀ ਉਸ ਵਾਹਿਗੁਰੂ ਨੂੰ ਲੱਖੈ ਤੋਂ ਭਾਵ ਲਖਦਾ ਜਾਣਦਾ। ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਜਿਹੜਾ ਵਿਸ਼ੇ ਵਿਕਾਰਾਂ ਦੀ ਜ਼ਹਿਰ ਵਿੱਚੋਂ ਕੱਢਦਾ ਤੇ ਜਨਮਾਂ ਜਨਮਾਂਤਰਾਂ ਦਾ ਟੂਟਾ ਭਾਵ ਵਿਛੜਿਆ ਹੋਇਆ ਜੋ ਜੀਵ ਹੈ, ਉਹਨੂੰ ਆਪਣੇ ਨਾਲ ਗੰਢ ਲੈਂਦਾ, ਮਿਲਾ ਲੈਂਦਾ, ਉਹ ਵਾਹਿਗੁਰੂ ਕਿਵੇਂ ਬਿਸਰੇ, ਉਹ ਤੈਨੂੰ ਕਿਵੇਂ ਭੁੱਲ ਗਿਆ ਬਈ। ਗੁਰ ਪੂਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਪੂਰਿਆਂ ਗੁਰਾਂ ਨੇ ਤਤ ਸਿਧਾਂਤ ਮੈਨੂੰ ਸਮਝਾਤਾ ਹੈ। ਗੁਰੂ ਸਾਹਿਬ ਕਥਨ ਕਰਦੇ, ਉਹ ਸੇਵਕ ਜਨ ਨੇ ਆਪਣੇ ਵਾਹਿਗੁਰੂ ਨੂੰ ਧਿਆਉਣਾ ਕੀਤਾ ਹੈ। ਸਾਜਨ ਸੰਤ ਕਰੋ ਏਉ ਕਾਮ, ਆਨ ਤਿਆਗ ਜਪੋ ਹਰ ਨਾਮ। ਸੱਜਣ ਸੰਤਾਂ ਨਾਲ ਮਿਲ ਕੇ ਕੰਮ ਕਰੋ। ਇਹ ਸੱਜਣ ਸੰਤੋ, ਤੁਸੀਂ ਇਹ ਕੰਮ ਕਰੋ ਕਿ ਹੋਰ ਸਭਨਾਂ ਨੂੰ ਤਿਆਗ ਕੇ ਇੱਕ ਹਰੀ ਨਾਮ ਨੂੰ ਜਪਣਾ ਕਰੋ। ਸਿਮਰ 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 ਸੁਖ ਪਾਵੋ, ਆਪ ਜਪੋ ਅਬ ਰਹਿ ਨਾਮ ਜਪਾਵੋ। ਮਨ ਕਰਕੇ ਸਿਮਰੋ, ਬਾਣੀ ਕਰਕੇ, ਤਨ ਕਰਕੇ ਸਿਮਰੋ। ਉਹਦਾ ਸਿਮਰਨ ਜੋ ਸਿਮਰਨੇ ਯੋਗ ਹੈ, ਉਹਨੂੰ ਸਿਮਰ ਕੇ ਸੁਖ ਪਾਉਣਾ ਕਰੋ। ਆਪ ਨਾਮ ਜਪੋ ਤੇ ਹੋਰਨਾਂ ਨੂੰ ਪਾਸੋਂ ਨਾਮ ਜਪਵਾਓ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਪ੍ਰਭੂ ਦੀ ਪ੍ਰੇਮਾ ਭਗਤੀ ਕਰਕੇ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ। ਭਗਤੀ ਕੀਤੇ ਤੋਂ ਬਿਨਾਂ ਇਹ ਸਰੀਰ ਸੁਆਹ ਵਾਂਗੂ ਨਿਸਫਲ ਹੋ ਜਾਂਦਾ। ਸਰਬ ਕਲਿਆਣ ਸੂਖ ਨਿਧ ਨਾਮ, ਬੂੜਤ ਜਾਤ ਪਾਏ ਵਿਸਰਾਮ। ਸਾਰੀਆਂ ਮੁਕਤੀਆਂ, ਸਾਰੇ ਸੁਖ ਅਤੇ ਨੌ ਨਿਧੀਆਂ ਦਾ ਦਾਤਾ ਇੱਕ ਨਾਮ ਹੀ ਹੈ। ਜਿਸ ਨਾਮ ਦੇ ਆਸਰੇ ਹੋ ਕੇ ਡੁੱਬਦਾ ਜਾਂਦਾ ਜੀਵ ਸਥਿਤੀ ਪਾ ਲੈਂਦਾ, ਟਿਕਾਓ ਪਾ ਲੈਂਦਾ। ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਤਾਸ। ਸਤਿਗੁਰੂ ਕਥਨ ਕਰਦੇ, ਸ਼ੁਭ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦਾ ਨਾਮ ਜਪੋ ਤਾਂ ਤੁਹਾਡੇ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ ਭਾਈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ। ਉਤਸ਼ਾਹ ਪੂਰਵਕ ਵਾਹਿਗੁਰੂ ਦੇ ਪ੍ਰੇਮ ਰਸ ਦੀ ਜੋ ਪ੍ਰੀਤੀ ਪੈਦਾ ਹੋਈ ਹੈ, ਗੁਰਾਂ ਦੇ ਚਰਨਾਂ ਦੀ ਪ੍ਰੀਤੀ ਅਤੇ ਵਾਹਿਗੁਰੂ ਦੇ ਪ੍ਰੇਮ ਰਸ ਦਾ ਜੋ ਉਤਸ਼ਾਹ ਪੈਦਾ ਹੋਇਆ ਹੈ,
ਇਹੋ ਮਨ ਤਨ ਦੇ ਅੰਦਰ ਵੱਡਾ ਭਾਰੀ ਲਾਭ ਪ੍ਰਾਪਤ ਹੋਇਆ। ਸੁਆਉ ਲਾਭ ਨੂੰ ਕਹਿੰਦੇ ਨੇ। ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ। ਦਰਸ਼ਨ ਨੂੰ ਵੇਖ ਕੇ ਨੇਤਰੋਂ ਅੱਖਾਂ ਨੂੰ ਸੁਖ ਪ੍ਰਾਪਤ ਹੋਇਆ ਤੇ ਸੰਤਾਂ ਦੇ ਚਰਨ ਧੋ ਕੇ ਮਨ ਬਿਕਸੈ ਖਿੜ ਪਿਆ ਹੈ। ਭਗਤ ਜਨਾਂ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਭਗਤ ਜਨਾਂ ਦੇ ਮਨ ਤਨ ਵਿੱਚ ਵਾਹਿਗੁਰੂ ਦਾ ਰੰਗ ਭਾਵ ਆਨੰਦ ਹੈ, ਪਰ ਸੰਤਾਂ ਦਾ ਸਤਸੰਗ ਕੋਈ ਵਿਰਲਾ ਹੀ ਬੰਦਾ ਪ੍ਰਾਪਤ ਕਰਦਾ ਹੈ। ਏਕ ਬਸਤ ਦੀ ਜੈ ਕਰ ਮਾਇਆ, ਗੁਰ ਪ੍ਰਸਾਦ ਨਾਮ ਜਪ ਲਿਆ। ਇਹ ਸਤਿਗੁਰੂ, ਮਾਇਆ ਹੁੰਦੀ ਕਿਰਪਾ, ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਵੀ ਇੱਕ ਨਾਮ ਰੂਪ ਵਸਤੂ ਦੇਣਾ ਕਰੋ, ਕਿਉਂਕਿ ਜਿਨ੍ਹਾਂ ਉੱਤੇ ਹੈ ਗੁਰੂ ਆਪ ਦੀ ਕਿਰਪਾ ਹੋਈ ਆ ਉਹਨਾਂ ਨੇ ਨਾਮ ਨੂੰ ਜਪ ਲਿਆ ਜੀ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਸਤਿਗੁਰੂ ਫਰਮਾਉਂਦੇ ਆ, ਭਾਈ ਉਸ ਵਾਹਿਗੁਰੂ ਦੀ ਉਪਮਾ ਕਹੀ ਨਹੀਂ ਜਾਂਦੀ ਜੋ ਵਾਹਿਗੁਰੂ ਸਾਰੇ ਸੰਸਾਰ ਵਿੱਚ ਸਮਾ ਰਿਹਾ ਹੈ। ਪ੍ਰਭ ਬਖਸ਼ੰਦ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ। ਉਹ ਵਾਹਿਗੁਰੂ ਔਗੁਣਾਂ ਦੇ ਬਖਸ਼ਣ ਵਾਲਾ ਹੈ, ਗਰੀਬਾਂ ਤੇ ਦਿਆਲੂ ਹੈ, ਭਗਤਾਂ ਦਾ ਪਿਆਰਾ ਹੈ ਤੇ ਸਦਾ ਕਿਰਪਾਲੂ ਹੈ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਉਹ ਗੋਬਿੰਦ ਗੋਪਾਲ ਅਨਾਥਾਂ ਦਾ ਨਾਥ ਹੈ। ਅਨਾਥਾਂ ਦਾ ਨਾਥ ਭਾਵ ਸੁਆਮੀ ਹੈ। ਸੋ ਇਸ ਕਰਕੇ ਜੋ ਗੋਪਾਲ ਪ੍ਰਿਥਵੀ ਇੰਦਰੀਆਂ ਦੇ ਪਾਲਣ ਵਾਲਾ, ਸਾਰਿਆਂ ਸਰੀਰਾਂ ਦੀ ਪਾਲਣਾ ਕਰਦਾ ਹੈ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾਂ ਕੇ ਪ੍ਰਾਨ ਆਧਾਰ। ਉਹ ਕਰਤਾਰ ਸਭ ਪੁਰਖਾਂ ਦੀ ਆਦਿ ਰੂਪ ਹੈ ਤੇ ਸਾਰਿਆਂ ਦਾ ਕਾਰਨ ਰੂਪ ਹੈ ਤੇ ਭਗਤ ਜਨਾਂ ਦੇ ਪ੍ਰਾਣਾਂ ਦਾ ਆਸਰਾ ਰੂਪ ਹੈ। ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ। ਜਿਹੜਾ ਜਿਹੜਾ ਕੋਈ ਵੀ ਬੰਦਾ ਉਹਦੇ ਨਾਮਾਂ ਨੂੰ ਜਪਦਾ ਹੈ ਅਤੇ ਉਹਦੇ ਭਾਏ ਭਗਤ ਪ੍ਰੇਮਾ ਭਗਤੀ ਚ ਮਨ ਦੇ ਹੀਤ ਹੁੰਦਾ, ਪ੍ਰੇਮ ਨੂੰ ਲਗਾਉਂਦਾ ਹੈ, ਸੋ ਹੋਏ ਪੁਨੀਤ। ਉਹ ਜੀਵ ਪਵਿੱਤਰ ਹੁੰਦਾ ਹੈ। ਹਮ ਨਿਰਗੁਣਿਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਮਹਾਰਾਜ ਕਥਨ ਕਰਦੇ ਇਸ ਤਰ੍ਹਾਂ ਬੇਨਤੀ ਕਰੋ, ਅਸੀਂ ਸ਼ੁਭ ਗੁਣਾਂ ਤੋਂ ਰਹਿਤ ਹਾਂ, ਨੀਚ ਹਾਂ ਤੇ ਅਜਾਨ ਅਗਿਆਤ ਹਾਂ। ਹੇ ਵਾਹਿਗੁਰੂ ਭਗਵਾਨ ਪੁਰਖ, ਅਸੀਂ ਆਪਦੀ ਸ਼ਰਨ ਵਿੱਚ ਆਏ ਹਾਂ ਤਾਂ ਸਾਨੂੰ ਬਚਾ ਲਓ ਜੀ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰਿ ਕੇ ਗੁਣ ਗਾਏ। ਜਿਹਨੇ ਇੱਕ ਇੱਕ ਨਿਮਖ ਕਾਲ ਵਿੱਚ ਹਰੀ ਦੇ ਗੁਣ ਗਾਏ ਹਨ, ਉਹਨੇ ਬੈਕੁੰਠ ਧਾਮ ਦੀਆਂ ਸ਼ਲੋਕ ਮੁਕਤੀ, ਸਮੀਪ ਮੁਕਤੀ, ਸਰੂਪ ਮੁਕਤੀ, ਸਾਜਨ ਮੁਕਤੀ, ਸਾਰੀਆਂ ਮੁਕਤੀਆਂ ਪਾ ਲਈਆਂ। ਜਿਹਨੇ ਦ੍ਰਿੜਤਾ ਵਿੱਚ ਆ ਕੇ ਨਿਮਖ ਮਾਤਰ ਥੋੜਾ ਸਮਾਂ ਵੀ ਹਰੀ ਦੇ ਗੁਣ ਗਾਏ ਨੇ, ਉਹਨੇ ਸਾਰਿਆਂ ਬੰਧਨਾਂ ਤੋਂ ਮੋਖ ਪਾਏ, ਛੁੱਟਣਾ ਪਾ ਕੇ ਸੱਚਖੰਡ ਦੇ ਵਿੱਚ ਮੁਕਤ ਸਰੂਪ ਪਰਮਾਤਮਾ ਨੂੰ ਪਾ ਲਿਆ। ਅਨਕ ਰਾਜ ਭੋਗ ਵਡਿਆਈ, ਹਰਿ ਕੇ ਨਾਮ ਕੀ ਕਥਾ ਮਨ ਭਾਈ। ਉਹਨੂੰ ਅਨੇਕ ਮੁਲਕਾਂ ਦੇ ਰਾਜ ਭੋਗ ਤੇ ਵਡਿਆਈ ਦੀ ਪ੍ਰਾਪਤੀ ਹੋਈ ਆ, ਜਿਹਦੇ ਮਨ ਵਿੱਚ ਹਰੀ ਦੇ ਨਾਮ ਦੀ ਕਥਾ ਚੰਗੀ ਲੱਗੀ ਹੈ। ਬਹੁ ਸਾਧਨ ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਬਹੁਤੇ ਭੋਜਨਾਂ ਦਾ ਖਾਣਾ, ਚੰਗੇ ਕੱਪੜਿਆਂ ਦਾ ਪਹਿਨਣਾ, ਸੰਗੀਤ ਸ਼ਾਸਤਰ ਅਨੁਸਾਰ ਗੀਤਾਂ ਦਾ ਗਾਉਣਾ, ਉਹਨਾਂ ਗੁਰਮੁਖਾਂ ਦਾ ਇਹੋ ਹੈ ਜਿਹੜੀ ਉਹਨਾਂ ਦੀ ਰਸਨਾ, ਜੀਵ ਜਿਹੜੀ ਨੇਤਾ ਪ੍ਰਤੀ ਹਰ ਹਰ ਨਾਮ ਨੂੰ ਜਪਦੀ ਹੈ। ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਉਹਦੀ ਚੰਗੀ ਸ੍ਰੇਸ਼ਟ ਕਰਨੀ ਹੈ, ਉਹਦੇ ਸਾਰੇ ਸੋਭਾ ਅਤੇ ਉਹੀ ਧਨਵੰਤ ਹੈ, ਧਨ ਵਾਲਾ ਧਨਾੜ ਹੈ। ਉਸੇ ਬੰਦੇ ਦੀ ਸਾਰੇ ਕਿਤੇ ਸੋਭਾ ਹੈ ਜਿਹਦੇ ਹਿਰਦੇ ਵਿੱਚ ਪੂਰਨ ਗੁਰਾਂ ਦਾ ਮੰਤਰ ਵਸਦਾ ਹੈ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਤਿਗੁਰੂ ਕਥਨ ਕਰਦੇ ਇਸ ਤਰ੍ਹਾਂ ਬੇਨਤੀ ਕਰੋ, ਭਾਈ ਇਹ ਵਾਹਿਗੁਰੂ ਮੈਨੂੰ ਆਪਣੀ ਸਤ ਸੰਗਤ ਵਿੱਚ ਨਿਵਾਸ ਦੇਹੋ, ਜਿਸ ਸਤ ਸੰਗਤ ਵਿੱਚ ਸਾਰਿਆਂ ਸੁਖਾਂ ਦਾ ਪ੍ਰਕਾਸ਼ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ। ਸ਼ਲੋਕ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਵ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ 16ਵੇਂ ਸ਼ਲੋਕ ਅਤੇ ਅਸ਼ਟਪਦੀ ਵਿੱਚ ਬਖਸ਼ਿਸ਼ ਕਰ ਰਹੇ ਹਨ। ਸ਼ਲੋਕ।
ਸੋ ਜਿਸ ਵਾਹਿਗੁਰੂ ਦਾ ਨਾ ਕੋਈ ਰੂਪ ਹੈ, ਨਾ ਹੀ ਕੱਛ ਮੱਛ ਆਦਿਕ ਰੇਖਾ ਹਨ, ਨਾ ਹੀ ਕੋਈ ਕਾਲਾ ਪੀਲਾ ਰੰਗ ਹੈ, ਫਿਰ ਉਹ ਵਾਹਿਗੁਰੂ ਰਜੋ ਸਤੋ ਤਮੋ ਇਹਨਾਂ ਤਿੰਨਾਂ ਗੁਣਾਂ ਤੋਂ ਵੱਖਰਾ, ਭਿੰਨ ਹੈ, ਨਿਰਲੇਪ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਵਾਹਿਗੁਰੂ ਜਿਸ ਉੱਤੇ ਆਪ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ, ਉਸ ਨੂੰ ਆਪਣਾ ਸਰੂਪ ਸਮਝਾ ਦਿੰਦਾ ਹੈ। ਅਸ਼ਟਪਦੀ ਅਬਿਨਾਸੀ ਪ੍ਰਭ ਮਨ ਮਹਿ ਰਾਖ, ਮਾਨੁ ਕੀਤੂ ਪ੍ਰੀਤ ਤਿਆਗ। 8 ਪੌੜੀਆਂ ਅੱਗੇ ਫਰਮਾਉਂਦੇ ਹਨ 10-10 ਤੁਕਾਂ ਵਾਲੀਆਂ। ਹੇ ਜੀਵ, ਤੂੰ ਆਪਣੇ ਮਨ ਵਿੱਚ ਅਬਿਨਾਸੀ ਜੋ ਨਾਸ ਤੋਂ ਰਹਿਤ ਵਾਹਿਗੁਰੂ ਨੂੰ ਯਾਦ ਰੱਖ ਅਤੇ ਮਨੁੱਖ ਦੀ ਪ੍ਰੀਤੀ ਨੂੰ ਮਨ ਦੇ ਵਿੱਚੋਂ ਛੱਡ ਦੇ। ਤਿਸ ਤੇ ਪਰੈ ਨਾਹੀ ਕਿਛ ਕੋਇ, ਸਰਬ ਨਿਰੰਤਰ ਏਕੋ ਸੋਇ। ਸੋ ਉਸ ਪਰਮੇਸ਼ਰ ਤੋਂ ਪਰੇ ਕੁਝ ਕਰਨ ਵਾਲਾ ਹੋਰ ਕੋਈ ਵੀ ਨਹੀਂ ਹੈ। ਉਹ ਇੱਕ ਵਾਹਿਗੁਰੂ, ਉਹ ਇੱਕ ਪਰਮੇਸ਼ਰ ਆਪ ਹੀ ਸਾਰਿਆਂ ਵਿੱਚ ਨਿਰੰਤਰ ਇੱਕ ਰਸ ਲਗਾਤਾਰ ਪੂਰਨ ਵਿਆਪਕ ਹੈ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ। ਉਹ ਆਪ ਹੀ ਜੀਵਾਂ ਦੀਆਂ ਬਾਹਰਲੀਆਂ ਗੱਲਾਂ ਦੇ ਬੀਨਾਂ ਤੋਂ ਭਾਵ ਦ੍ਰਿਸ਼ਟਾ ਕਹਿੰਦੇ ਬੀਨਾ ਦੇਖਣ ਵਾਲਾ, ਅਤੇ ਆਪ ਹੀ ਜੀਵਾਂ ਦੀਆਂ ਅੰਦਰਲੀਆਂ ਗੱਲਾਂ ਦੇ ਦਾਨਾ ਹੁੰਦਾ, ਜਾਣਨ ਵਾਲਾ ਦਾਨਾ ਹੈ। ਤੋ ਉਹ ਸੁਜਾਨਾ ਭਾਵ ਚਤਰ ਪਰਮੇਸ਼ਰ ਗਹਿਰ ਹੁੰਦਾ, ਡੂੰਘਾ, ਗੰਭੀਰ ਹੁੰਦਾ, ਨਿਰਮਲ। ਸੋ ਅਤੇ ਸ਼ੁਭ ਗੁਣਾਂ ਦਾ ਗਹੀਰ ਭਾਵ ਸਮੁੰਦਰ ਹੈ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ। ਇਹ ਪਰਾਰੂਪ ਬ੍ਰਹਮ ਵਿਆਪਕ, ਸੋ ਪਰਮੇਸ਼ਵਰ ਜੋ ਗੋਬਿੰਦ ਹੈ, ਇੰਦਰੀਆਂ ਨੂੰ ਪ੍ਰਕਾਸ਼ ਦੇਣ ਵਾਲਾ, ਧਰਤੀ ਦੀ ਰੱਖਿਆ ਕਰਨ ਵਾਲਾ। ਇਹ ਕਿਰਪਾ ਦੇ ਨਿਧਾਨ ਖਜ਼ਾਨੇ ਵਾਹਿਗੁਰੂ, ਦਿਆਲੂ ਸੁਭਾਅ ਵਾਲੇ, ਇਹ ਔਗੁਣਾਂ ਦੇ ਬਖਸ਼ਣ ਵਾਲੇ। ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕਹਿ ਮਨ ਇਹੋ ਅਨਰਾਓ। ਸਤਿਗੁਰੂ ਮਹਾਰਾਜ ਫਰਮਾਉਂਦੇ ਹੈ, ਮੇਰੇ ਮਨ ਵਿੱਚ ਇਹੋ ਅਨਰਾਓ ਭਾਵ ਪ੍ਰੇਮ ਹੈ ਕਿ ਮੈਂ ਆਪਣੇ ਆਪ ਨੂੰ ਤੇਰੇ ਸੰਤਾਂ ਦੀ ਚਰਨੀ ਪਾਵਾਂ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਜੋ ਸੇਵਕਾਂ ਦੀਆਂ ਮਨਸ਼ਾ ਤੋਂ ਭਾਵ ਵਾਸ਼ਨਾ ਪੂਰਨ ਕਰਨ ਵਾਲਾ ਅਤੇ ਸ਼ਰਨ ਆਇਆਂ ਦੀ ਰੱਖਿਆ ਕਰਨ ਦੇ ਯੋਗ ਭਾਵ ਲਾਇਕ ਹੈ, ਜੋ ਉਸਨੇ ਜੀਵ ਦੇ ਕਰ ਹੁੰਦਾ ਹੱਥ ਵਿੱਚ ਪਾਇਆ, ਸੋ ਜਾਂ ਜੋ ਕੁਝ ਕਰਨਾ ਉਹਨੇ ਲਿਖ ਪਾਇਆ ਮਸਤਕ ਤੇ, ਉਹੀ ਹੁੰਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰੋ ਨਾ ਜਾਣੈ ਹੋਰ। ਸੋ ਜਿਸ ਦੀ ਨੇਤਰ ਹੁੰਦੀ ਅੱਖ, ਸਿਰਫ ਅੱਖ ਫਰਕਣ ਵਿੱਚ ਸੰਸਾਰ ਦਾ, ਹਰਨ ਹੁੰਦਾ ਅਭਾਵ ਤੇ ਭਰਨ ਹੁੰਦਾ ਪਾਲਣਾ ਹੁੰਦਾ। ਜਿਹਦੇ ਅੱਖ ਦੇ ਫੋਰੇ ਵਿੱਚ ਜਗਤ ਦੀ ਭਰਨ ਹੁੰਦੀ ਪਾਲਣਾ ਤੇ ਹਰਨ ਹੁੰਦਾ ਪਰਲੋ ਹੁੰਦੀ ਹੈ। ਤੇ ਇਸ ਕਾ ਮੰਤਰ ਦਾ ਭਾਵ ਹੁੰਦਾ ਉਹਦੇ ਮੰਤ, ਉਹਦਾ ਅੰਤ ਨਾ ਜਾਪਿਆ ਕਿਆ ਮਨ ਮੰਤ। ਉਹਦੀ ਸਲਾਹ ਨੂੰ ਉਸ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ। ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਆਂ ਹੈ ਘਰ ਤਾ ਕੈ। ਜਿਸ ਆਨੰਦ ਸਰੂਪ ਪਰਮੇਸ਼ਰ ਦੇ ਘਰ ਵਿੱਚ ਸਦਾ ਹੀ ਮੰਗਲ ਹੁੰਦੇ ਹਨ, ਸੋ ਉਸ ਵਾਹਿਗੁਰੂ ਦੇ ਘਰ ਵਿੱਚ ਸਾਰੇ ਥੋਕ ਜਿਹੜੇ ਪਦਾਰਥ ਹੈ ਸੁਣੇ ਜਾਂਦੇ ਹਨ। ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮਹਿ ਤਪੀਸਰ, ਗ੍ਰਸਤ ਮਹਿ ਭੋਗੀ। ਜੋ ਪ੍ਰਤੱਖ ਰਾਜਿਆਂ ਵਿੱਚੋਂ ਰਾਜਾ ਰੂਪ ਹੈ, ਜੋਗੀਆਂ ਵਿੱਚੋਂ ਜੋਗੀ ਰੂਪ ਹੈ, ਤਪੀਆਂ ਵਿੱਚੋਂ ਵੱਡਾ ਤਪੀ ਹੈ, ਤੇ ਗ੍ਰਸਤੀਆਂ ਵਿੱਚੋਂ ਭੋਗੀ ਰੂਪ ਹੋ ਰਿਹਾ ਹੈ। ਸੋ ਜਿਸ ਪ੍ਰਕਾਰ ਬਚਨ ਆਇਆ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ। ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਭਗਤਾਂ ਨੇ ਉਸ ਪਰਮੇਸ਼ਰ ਨੂੰ ਧਿਆ ਧਿਆ ਕੇ ਭਾਵ ਸਿਮਰ ਸਿਮਰ ਕੇ ਸੁਖ ਪਾਇਆ। ਸਤਿਗੁਰੂ ਮਹਾਰਾਜ ਫਰਮਾਉਂਦੇ ਹੋ, ਉਸ ਅਕਾਲ ਪੁਰਖ ਦਾ ਅੰਤ ਕਿਸੇ ਨੇ ਵੀ ਨਹੀਂ ਪਾਇਆ। ਜਾ ਕੀ ਲੀਲਾ ਕੀ ਮਿਤ ਨਾਹਿ, ਸਗਲ ਦੇਵ ਹਾਰੇ ਅਵਗਾਹੇ। ਜਿਸ ਪਰਮੇਸ਼ਰ ਦੀ ਲੀਲਾ ਜੋ ਜਗਤ ਹੈ, ਇਹਦੀ ਮਿਤ ਮਰਿਆਦਾ ਨਹੀਂ ਜਾਣੀ ਜਾਂਦੀ। ਮਨੁੱਖ ਵਿਚਾਰੇ ਕੀ ਹਨ, ਜਦ ਕਿ ਸਾਰੇ ਦੇਵਤੇ ਅਵਗਾਹੇ ਤੋਂ ਭਾਵ ਵਿਚਾਰ ਕਰਦੇ ਹੋਏ ਹਾਰ ਗਏ ਹਨ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੈ ਸੂਤ। ਪਿਤਾ ਦੇ ਜਨਮ ਦਾ ਹਾਲ ਪੁੱਤਰ ਕੀ ਜਾਣ ਸਕਦਾ ਹੈ। ਜਿਵੇਂ ਪੁੱਤਰ ਆਪਣੇ ਪਿਤਾ ਦਾ ਹਾਲ ਨਹੀਂ ਜਾਣ ਸਕਦਾ, ਸੋ ਇਵੇਂ ਸਾਰੇ ਮਨੁੱਖ ਦੇਵਤਾ ਆਦਿਕ ਆਪਣੇ ਪਿਤਾ ਰੂਪ ਪਰਮੇਸ਼ਰ ਦਾ ਅੰਤ ਨਹੀਂ ਜਾਣ ਸਕਦੇ। ਉਹ ਪਰਮੇਸ਼ਰ ਨੇ
ਆਪਣੇ ਹੁਕਮ ਰੂਪ ਜਾਂ ਸੱਤਾ ਰੂਪ ਸੂਤਰ ਵਿੱਚ ਸਾਰੀ ਸ੍ਰਿਸ਼ਟੀ ਪਰੋਤੀ ਹੋਈ ਹੈ। ਸਮੱਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵਹਿ ਸੇ। ਜਿਨ੍ਹਾਂ ਨੂੰ ਉਹ ਪਰਮੇਸ਼ਰ ਸੁਮੱਤ ਹੁੰਦਾ, ਸ੍ਰੇਸ਼ਟ ਮਤੀ ਤੇ ਗਿਆਨ ਧਿਆਨ ਬਖਸ਼ਿਸ਼ ਕਰਦਾ ਦਿੰਦਾ, ਉਹ ਜੀਵ ਦਾਸਾ ਭਾਵ ਦੇ ਸਹਿਤ ਹੋ ਕੇ ਉਹ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ। ਤੇ ਉਹ ਗੁਣ ਮਹਿ ਜਾ ਕਉ ਪਰਮਾਏ, ਜਨਮ ਮਰੈ ਫਿਰ ਆਵੈ ਜਾਏ। ਪਰ ਜਿਨ੍ਹਾਂ ਨੂੰ ਵਾਹਿਗੁਰੂ ਤਿੰਨਾਂ ਗੁਣਾਂ ਵਿੱਚ ਫਿਰਾਉਂਦਾ, ਰਜੋ ਸਤੋ ਤਮੋ ਦੇ ਵਿੱਚ, ਉਹ ਜਨਮ ਮਰਨ ਵਿੱਚ ਮੁੜ ਮੁੜ ਕੇ ਆਉਂਦੇ ਜਾਂਦੇ ਗੇੜੇ ਖਾਂਦੇ ਰਹਿੰਦੇ ਹਨ। ਊਚ ਨੀਚ ਤਿਸਕੇ ਅਸਥਾਨ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਪ੍ਰਤੱਖ ਉੱਚੇ ਨੀਵੇਂ ਸਥਾਨ, ਸਵਰਗ ਨਰਕ ਰੂਪ ਉੱਚੇ ਨੀਵੇਂ ਸਥਾਨ। ਸੋ ਮਨੁੱਖਾ ਜਨਮ ਉੱਚਾ ਸਥਾਨ ਹੈ, ਹੋਰ ਜੂਨਾਂ ਜਿਹੜੀਆਂ ਨੀਵਾਂ ਸਥਾਨ ਹੈ, ਇਹ ਸਾਰੇ ਸਥਾਨ ਉਸੇ ਦੇ ਹਨ। ਸੋ ਮਹਾਰਾਜ ਜੀ ਫਰਮਾਉਂਦੇ ਹਨ, ਜਿਹੋ ਜਿਹਾ ਰੂਪ ਜਣਾਉਂਦਾ ਉਹੋ ਜਿਹੀ ਹੈ ਮਨੁੱਖ ਤੂੰ ਜਾਣ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇੱਕ ਰੰਗ। ਜਿਸ ਵਾਹਿਗੁਰੂ ਦੇ ਨਾਨਾ ਰੂਪ ਹਨ ਤੇ ਨਾਨਾ ਹੁੰਦਾ ਅਨੇਕ ਹੀ ਰੰਗ ਹਨ, ਨਾਨਾ ਬੇਅੰਤ ਤਰ੍ਹਾਂ ਦੇ ਭੇਖ ਧਾਰਨਾ ਕਰਦਾ ਹੋਇਆ ਵੀ ਆਪ ਇੱਕੋ ਰੰਗ ਵਿੱਚ ਰਹਿੰਦਾ ਵਾਹਿਗੁਰੂ। ਨਾਨਾ ਬਿਧ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਓੰਕਾਰ। ਜਿਸ ਨੇ ਅਨੇਕ ਤਰ੍ਹਾਂ ਵਿਧੀਆਂ ਨਾਲ ਜਗਤ ਦਾ ਫੈਲਾਓ ਕੀਤਾ ਹੋਇਆ ਵਿਸਥਾਰ, ਪਰ ਉਹ ਵਾਹਿਗੁਰੂ ਆਪ ਨਾਸ ਤੋਂ ਰਹਿਤ ਹੈ ਅਤੇ ਏਕ ਓੰਕਾਰ ਹੁੰਦਾ, ਇੱਕ ਓੰਕਾਰ ਅਦਵੈਤ ਸਰੂਪ ਬ੍ਰਹਮ ਹੈ। ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ। ਜੋ ਵਾਹਿਗੁਰੂ ਇੱਕ ਖਿਨ ਵਿੱਚ ਨਾਨਾ ਹੁੰਦਾ, ਅਨੇਕ ਕੌਤਕ ਕਰ ਦਿੰਦਾ ਅਨੇਕਾਂ ਪ੍ਰਕਾਰ ਦੇ, ਕਿਉਂਕਿ ਉਹ ਪੂਰਨ ਵਾਹਿਗੁਰੂ ਸਭ ਜਗ੍ਹਾ ਤੇ ਪੂਰਨ ਹੋ ਰਿਹਾ ਹੈ। ਨਾਨਾ ਬਿਧ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ। ਸੋ ਜਿਸ ਨੇ ਅਨੇਕ ਵਿਧੀਆਂ ਕਰਕੇ ਜਗਤ ਦੀ ਬਣਾਵਟ ਬਣਾਈ ਹੈ, ਉਸ ਨੇ ਆਪਣੀ ਕੀਮਤ ਆਪ ਹੀ ਪਾਈ ਹੈ, ਕਿਉਂਕਿ ਉਸ ਦੀ ਕੀਮਤ ਨੂੰ ਹੋਰ ਕੋਈ ਨਹੀਂ ਜਾਣ ਸਕਦਾ। ਉਸਨੇ ਆਪਣੀ ਕੀਮਤ ਸੱਤਾ ਆਪ ਹੀ ਪਾਈ ਹੈ। ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰਿ ਨਾਉ। ਸਭ ਘਟ ਭਾਵ ਸਾਰੇ ਸਰੀਰ ਉਸ ਦੇ ਬਣਾਏ ਹੋਏ ਅਤੇ ਸਾਰੇ ਠਾਉ ਟਿਕਾਣੇ ਸਥਾਨ ਵੀ ਉਸੇ ਦੇ ਹਨ। ਸਤਿਗੁਰੂ ਮਹਾਰਾਜ ਫਰਮਾਉਂਦੇ, ਅਸੀਂ ਉਸ ਹਰੀ ਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਹਾਂ। ਸੋ ਹੁਣ ਅੱਗੇ ਪੌੜੀ ਦੇ ਵਿੱਚ ਨਾਮ ਤੇ ਨਾਮੀ ਦੇ ਅਭੇਦਤਾ ਦੱਸਦੇ ਹੋਏ ਚੰਗਾ ਸੋਹਣਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀਵ ਲਈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਸਾਰੇ ਜੀਆ ਜੰਤ ਨਾਮੀ ਜਾਂ ਨਾਮ ਦੇ ਧਾਰੇ ਭਾਵ ਬਣਾਏ ਹੋਏ ਹਨ। ਸਾਰੇ ਖੰਡ ਤੇ ਬ੍ਰਹਿਮੰਡ ਵੀ ਨਾਮੀ ਜਾਂ ਨਾਮ ਦੇ ਧਾਰੇ ਭਾਵ ਆਸਰੇ ਹਨ, ਬਣਾਏ ਹੋਏ ਨੇ। ਸਾਰੇ ਜੀਵ ਨਾਮ ਦੇ ਆਸਰੇ ਹਨ, ਧਾਰੇ ਤੋਂ ਭਾਵ ਆਸਰੇ ਜਾਂ ਧਾਰੇ ਕਹਿੰਦੇ ਬਣਾਏ ਹੋਏ ਨੇ। ਨੌ ਖੰਡ ਤੀ ਫੇਰ ਸਾਰਾ ਬ੍ਰਹਿਮੰਡ ਵੀ ਨਾਮ ਦੇ ਧਾਰੇ ਹੈ, ਭਾਵ ਆਸਰੇ ਹੈ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਨ ਗਿਆਨ ਧਿਆਨ। 27 ਸਿਮਰਤੀਆਂ, 4 ਵੇਦ, 18 ਪੁਰਾਣ ਨਾਮ ਦੇ ਧਾਰੇ ਬਣਾਏ ਹੋਏ ਨੇ। ਗਿਆਨ ਦੇ ਸਾਧਨ ਸਰਵਣ ਮੰਨਨ ਅਧਿਆਸਣ ਅਤੇ ਹਠ ਯੋਗ ਦੇ ਸਾਧਨ ਧਿਆਨ ਧਾਰਨਾ ਸਮਾਧੀ ਆਦਿਕ ਸਭ ਨਾਮ ਦੇ ਨਾਮੀ ਦੇ ਬਣਾਏ ਹੋਏ ਨੇ। ਜਾਂ ਮਹਾਰਾਜ ਕਹਿੰਦੇ ਇਉਂ ਜਾਣੋ ਵੀ ਸਿਮਰਤੀਆਂ ਵੇਦ ਪੁਰਾਣ ਸਭ ਨਾਮ ਦੇ ਧਾਰੇ ਹੁੰਦਾ ਆਸਰੇ ਹਨ। ਗਿਆਨ ਧਿਆਨ ਦਾ ਸੁਣਨਾ ਵੀ ਨਾਮ ਦੇ ਧਾਰੇ ਆਸਰੇ ਹੈ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ। ਧਾਰੇ ਦੇ 2 ਭਾਵ ਹਨ, ਇੱਕ ਤਾਂ ਬਣਾਏ ਹੋਏ, ਇੱਕ ਉਹਦੇ ਆਸਰੇ। ਸੋ ਇੱਕ ਅਰਥ ਨੂੰ ਆਪਾਂ ਆਪ ਹੀ ਸਮਝ ਲੈਣਾ। ਸੋ ਨਾਮੀ ਦੇ ਬਣਾਏ ਹੋਏ ਹਨ ਸਾਰੀਆਂ ਚੀਜ਼ਾਂ। ਆਕਾਸ਼ ਪਤਾਲ ਵੀ ਨਾਮ ਦੇ ਆਸਰੇ ਹਨ, ਹੋਰ ਸਾਰੇ ਆਕਾਰ ਸਰੀਰ ਵੀ ਨਾਮ ਦੇ ਧਾਰੇ ਤੋਂ ਭਾਵ ਆਸਰੇ ਹਨ। ਨਾਮ ਕੇ ਧਾਰੇ ਪੁਰੀਆਂ ਸਭ ਪਵਨ, ਨਾਮ ਕੈ ਸੰਗ ਉਧਰੇ ਸੁਨ ਸਰਵਨ। ਸਭ ਪੁਰੀਆਂ ਤੇ ਸਾਰੇ ਲੋਕ ਨਾਮ ਦੇ ਆਸਰੇ ਹਨ। ਨਾਮ ਦੇ ਨਾਲ ਲੱਗ ਕੇ ਬਹੁਤ ਜੀਵ ਉਧਰੇ ਭਾਵ ਤਰ ਗਏ। ਇਸ ਲਈ ਤੂੰ ਨਾਮ ਨੂੰ ਕੰਨੀ ਸੁਣਨਾ ਕਰ। ਸੋ ਸਰਵਨ ਸੰਗ ਭਾਵ ਕੰਨਾਂ ਨਾਲ ਨਾਮ ਨੂੰ ਸੁਣ ਕੇ ਕਿਤਨੇ ਜੀਵ ਉਧਰ ਗਏ ਨੇ। ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ,
ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਪਰਮੇਸ਼ਰ ਕਿਰਪਾ ਕਰਕੇ ਜਿਸ ਜੀਵ ਨੂੰ ਆਪਣੇ ਨਾਮ ਸਿਮਰਨ ਵਿੱਚ ਲਗਾਉਂਦਾ ਹੈ, ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਉਹ ਜੀਵ ਜਿਹੜਾ ਚੌਥੇ ਪਦ ਹੁੰਦਾ, ਤੁਰੀਆ ਪਦ ਵਿੱਚ ਪਹੁੰਚ ਕੇ ਗਤ ਪਾਏ, ਮੁਕਤੀ ਪਾਉਂਦਾ। ਉਹ ਅਗਲੀ ਪੌੜੀ ਵਿੱਚ ਪਰਮੇਸ਼ਰ ਦੇ ਸਰੂਪ, ਪਰਮੇਸ਼ਰ ਦੀ ਕਰਨੀ, ਪਰਮੇਸ਼ਰ ਦੇ ਨਾਮ ਦੀ ਮਹਿਮਾ ਵਰਣਨ ਕਰਦੇ ਨੇ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਜਿਸ ਪਰਮੇਸ਼ਰ ਦਾ ਸਰੂਪ ਸਤ ਹੈ ਅਤੇ ਜਿਸ ਦਾ ਸਤਸੰਗ ਸਥਾਨ ਵੀ ਸੱਚਾ ਹੈ, ਉਹ ਸੱਚਾ ਵਾਹਿਗੁਰੂ ਕੇਵਲ ਸ਼ੁੱਧ ਹੈ ਤੇ ਸਾਰਿਆਂ ਵਿੱਚੋਂ ਪ੍ਰਧਾਨ ਭਾਵਮੁਖੀ ਹੈ। ਕਰਤੂਤ ਸਤ, ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ। ਜਿਹਦੀ ਕਰਤੂਤ, ਜਿਹੜੀ ਕਰਤੱਵਤਾ ਕਰਨੀ ਹੈ, ਭਾਵ ਕਰਤੱਵਤਾ ਦਾ ਅਰਥ ਹੁੰਦਾ ਕਰਨੀ, ਉਹਦੀ ਕਰਨੀ ਸੱਚੀ ਹੈ। ਤੇ ਜਿਹਦੀ ਨਾਮ ਬਾਣੀ ਵੀ ਸੱਚੀ ਹੈ, ਉਹ ਸੱਚਾ ਪੁਰਖ ਸਾਰਿਆਂ ਵਿੱਚ ਸਮਾ ਰਿਹਾ ਹੈ। ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ, ਸਤ ਉਤਪਤ। ਜਿਸ ਦਾ ਕਰਮ ਸੱਚਾ ਹੈ ਤੇ ਸੰਸਾਰ ਰਚਨਾ ਵੀ ਸੱਚੀ ਹੈ, ਸਭ ਦਾ ਮੂਲ ਕਾਰਨ ਰੂਪ ਪ੍ਰਭੂ ਆਪ ਸੱਚਾ ਹੈ ਤੇ ਉਸ ਤੋਂ ਉਤਪਤ ਹੋਈ ਵਸਤੂ ਵੀ ਸੱਚੀ ਹੈ। ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ। ਸੋ ਉਸ ਦੇ ਕਰਨੀ ਭਾਵ ਸੱਚੀ ਤੇ ਨਿਰਮਲ ਤੋਂ ਨਿਰਮਲ ਹੈ, ਪਰ ਜਿਸ ਨੂੰ ਸਮਝਾਉਂਦਾ ਉਸ ਨੂੰ ਭਲੀ ਚੰਗੀ ਤਰ੍ਹਾਂ ਸਾਰੀ ਸਮਝ ਪੈ ਜਾਂਦੀ ਹੈ। ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਪਰਮੇਸ਼ਰ ਦਾ ਸਤਨਾਮ ਵਾਹਿਗੁਰੂ ਮੰਤਰੀ ਸੁਖਾਂ ਦੇ ਦੇਣ ਵਾਲਾ ਹੈ, ਪਰ ਇਹ ਵਿਸ਼ਵਾਸ ਸੋ ਸਤ ਹੁੰਦਾ, ਸੱਚਾ ਭਰੋਸਾ ਗੁਰੂ ਨਾਨਕ ਤੋਂ ਪ੍ਰਾਪਤ ਹੁੰਦਾ, ਕਿਉਂਕਿ ਇਹ ਸਤਨਾਮ ਮੰਤਰ ਅਨਾਦਿ ਕਾਲ ਦਾ ਹੈ। ਕੀਰਤਮ ਨਾਮ ਕਥੇ ਤੇਰੇ ਜੇਬਾ, ਸਤਨਾਮ ਤੇਰਾ ਪਰਾ ਪੂਰਬਲਾ। ਇਸੇ ਕਰਕੇ ਮਹਾਰਾਜ ਗੁਰੂ ਰਾਮਦਾਸ ਜੀ ਨੇ ਫਰਮਾਇਆ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਆ ਹਰ ਪੁਰਖ ਨਿਰੰਜਨਾ ਰਹਾਓ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼। ਸੰਤਾਂ ਦੇ ਉਪਦੇਸ਼ ਰੂਪ ਬਚਨ ਸੱਚੇ ਹਨ। ਸਾਧੂ ਲੋਕ ਬਚਨਾਂ ਦੁਆਰੇ ਸੱਚ ਦੀ ਪ੍ਰਾਪਤੀ ਦਾ ਉਪਦੇਸ਼ ਦਿੰਦੇ ਹਨ। ਸੰਤਾਂ ਦਾ ਮੁੱਖ ਉਪਦੇਸ਼ ਇਹੋ ਹੈ ਕਿ ਜਦ ਵੀ ਗੁਰੂ ਜੀ ਕੁਝ ਕਹਿਣ ਤਾਂ ਅੱਗੇ ਸਤ ਬਚਨ ਕਰੇ। ਸੋ ਜਿਵੇਂ ਬਾਬਾ ਲਹਿਣਾ ਜੀ, ਭਲਾ ਜੀ, ਸੋ ਭੁੱਲਾ ਜੀ ਆਖਦੇ ਹੁੰਦੇ ਸਨ, ਜਿਨ੍ਹਾਂ ਦੇ ਹਿਰਦੇ 'ਚ ਉਹ ਬਚਨ ਪ੍ਰਵੇਸ਼ ਕਰਦੇ, ਉਹ ਪੁਰਸ਼ ਜਿਹੜੇ ਉਹ ਸੱਚੇ ਹਨ। ਤੀਜੇ ਪਾਤਸ਼ਾਹ ਵੀ ਇਹੀ ਬਚਨ ਕਰਦੇ ਸਨ ਹਰ ਵਕਤ। ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ। ਜਿਹੜਾ ਕੋਈ ਮਨੁੱਖ ਸਤ ਸਤ ਦੇ ਨਿਰਣੇ ਨੂੰ ਸਮਝਦਾ ਹੈ ਅਤੇ ਨਾਮ ਨੂੰ ਜਪਦਾ ਹੈ, ਸੋ ਉਸ ਦੀ ਗਤ ਹੁੰਦੀ, ਮੁਕਤੀ ਹੁੰਦੀ ਹੈ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਸੋ ਉਸ ਦਾ ਕੀਤਾ ਹੋਇਆ ਪ੍ਰਪੰਚ ਵੀ ਸਾਰਾ ਸੱਚਾ ਹੈ। ਉਹ ਆਪਣੀ ਗਤ ਦੀ ਭਾਵ ਮਿਤ ਪ੍ਰਾਪਤੀ ਦੀ ਮਰਿਆਦਾ ਨੂੰ ਆਪ ਹੀ ਜਾਣਦਾ। ਗਤ ਹੁੰਦਾ ਪ੍ਰਾਪਤੀ। ਜਿਸ ਕੀ ਸ੍ਰੇਸ਼ਟ ਸੋ ਕਰਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਜਿਸ ਵਾਹਿਗੁਰੂ ਦੀ ਸ੍ਰਿਸ਼ਟੀ ਹੈ, ਉਹ ਕਰਨਹਾਰ ਵਾਹਿਗੁਰੂ ਅਵਰ, ਸੋ ਹੋਰ ਕਿਸੇ ਦੇ ਤੋਂ ਪੁੱਛ ਕੇ ਇਹਦੇ ਵਿੱਚ ਬਣਾਉਣ ਦੀ ਵਿਚਾਰ ਨਾ ਕਰਤ ਨਹੀਂ ਕਰਦਾ। ਬੂਝ ਤੋਂ ਭਾਵ ਪੁੱਛਣਾ, ਹੋਰ ਕਿਸੇ ਤੋਂ ਪੁੱਛ ਕੇ। ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਕਰਤੇ ਪੁਰਖ ਦੀ ਮਿਤ ਮਰਿਆਦਾ ਨੂੰ ਕੀਤਾ ਹੋਇਆ ਜਿਹੜਾ ਪੈਦਾ ਇਹ ਜੀਵ ਹੈ, ਇਹ ਜੀਵ ਨਹੀਂ ਜਾਣ ਸਕਦਾ। ਸਤਿਗੁਰੂ ਫਰਮਾਉਂਦੇ ਹਨ, ਜੋ ਉਸ ਕਰਤੇ ਨੂੰ ਪਾਉਂਦਾ ਉਹੀ ਹੁੰਦਾ ਹੈ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਜਿਨ੍ਹਾਂ ਦਾ ਮਨ ਵਿਸ ਹੁੰਦਾ, ਵਿਸ਼ਿਆਂ ਵੱਲੋਂ ਬਿਸਮ ਭਏ ਰਹਿਤ ਹੋਇਆ, ਉਹ ਬਿਸਮਾਦ ਅਸਚਰਜ ਰੂਪ ਹੋਏ ਨੇ। ਸੋ ਅਸਚਰਜ ਰੂਪ ਨੂੰ ਪਾ ਕੇ ਅਸਚਰਜ ਤੋਂ ਅਸਚਰਜ ਹੋਏ ਹਨ। ਸੋ ਜਿਸ ਨੇ ਗੁਰੂ ਤੋਂ ਪੁੱਛਿਆ, ਸੋ ਉਸ ਨੂੰ ਇਹ ਸਵਾਦ ਭਾਵ ਆਨੰਦ ਆਇਆ। ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਉਹ ਗੁਰਮੁਖ ਜਨ ਵਾਹਿਗੁਰੂ ਦੇ ਆਨੰਦ ਵਿੱਚ ਰਾਚ ਰਹੇ, ਤਦਾਕਾਰ ਹੋ ਰਹੇ ਹਨ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਗਿਆਨ ਪਦਾਰਥ ਨੂੰ ਪ੍ਰਾਪਤ ਕੀਤਾ ਹੈ। ਹੋਏ ਦਾਤੇ ਦੁੱਖ ਕੱਟਨਹਾਰ, ਜਾ ਕੈ ਸੰਗ ਤਰੈ ਸੰਸਾਰ। ਉਹ ਗੁਰੂ ਨਾਮ ਦੇ ਦਾਤੇ ਹਨ ਤੇ ਦੁੱਖਾਂ ਦੇ ਕੱਟਣ ਵਾਲੇ ਹਨ, ਜਿਨ੍ਹਾਂ ਦੀ ਸੰਗਤ ਕਰਕੇ ਅਨੇਕਾਂ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਜੋ ਸੰਤ ਜਨਾਂ ਦਾ ਸੇਵਕ ਹੈ ਉਹ ਵੱਡਿਆਂ ਭਾਗਾਂ ਵਾਲਾ ਹੈ, ਕਿਉਂਕਿ ਸੰਤ ਜਨਾਂ ਦੇ ਸੰਗ ਕਰਕੇ ਉਸ ਦੀ ਇੱਕ ਵਾਹਿਗੁਰੂ ਵਿੱਚ ਲਿਵ ਬਿਰਤੀ ਲੱਗ ਗਈ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਹੁਣ ਜਿਹੜਾ ਜੀਵ ਸੰਤ ਜਨਾਂ ਨਾਲ ਮਿਲ ਕੇ ਗੋਬਿੰਦ ਦੇ ਗੁਣਾਂ ਦਾ ਕੀਰਤਨ ਗਾਉਂਦਾ ਹੈ, ਗੋਬਿੰਦ ਦੇ ਗੁਣ ਅਤੇ ਗੋਬਿੰਦ ਦਾ ਜਸ ਗਾਉਂਦਾ ਹੈ, ਸਤਿਗੁਰੂ ਫਰਮਾਉਂਦੇ ਪੰਚਮ ਪਿਤਾ ਜੀ ਕਿ ਉਹ ਜੀਵ ਗੁਰਾਂ ਦੀ ਕਿਰਪਾ ਦੁਆਰੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਫਲ ਨੂੰ ਪਾਉਂਦਾ ਹੈ। ਸ਼ਲੋਕ। ਆਦਿ ਸੱਚ ਜੁਗਾਦਿ ਸੱਚ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਸੋ ਸ੍ਰਿਸ਼ਟੀ ਹੋਣ ਤੋਂ ਆਦਿ ਭਾਵ ਪਹਿਲੇ ਉਹ ਪਰਮੇਸ਼ਰ ਸੱਚਾ ਸੀ। ਸ਼ਲੋਕ ਵਿੱਚ ਫਰਮਾਉਂਦੇ ਹਨ, ਜਿਸ ਵੇਲੇ ਸ੍ਰਿਸ਼ਟੀ ਪੈਦਾ ਹੋਈ ਤਾਂ ਜੁਗਾਦ, ਜੁਗਾਂ ਦੀ ਆਦਿ ਭਾਵ ਸਤਿਯੁਗ ਵਿੱਚ ਵੀ ਸੱਚਾ ਸੀ। ਗੁਰੂ ਸਾਹਿਬ ਜੀ ਸੋਹਣਾ ਉਪਦੇਸ਼, ਸ਼ੁਭ ਉਪਦੇਸ਼ ਦਿੰਦੇ ਫਰਮਾਉਂਦੇ ਨੇ ਕਿ ਭੇ ਤੋਂ ਭਾਵ ਉਸ ਵਾਂਗ ਹੁਣ ਵੀ ਸੱਚਾ ਤੇ ਅੱਗੇ ਵੀ ਸੱਚਾ ਹੋਵੇਗਾ। ਸੋ ਇਸ ਪ੍ਰਕਾਰ ਬੁੱਝਣਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸੋ ਇਸੇ ਪੌੜੀ ਦੀਆਂ ਅਖੀਰਲੀਆਂ ਦੋ ਤੁਕਾਂ ਦੇ ਵਿੱਚ ਮਹਾਰਾਜ ਨੇ ਇਹੀ ਦੱਸਿਆ। ਗੁਰੂ ਸਾਹਿਬ ਫਰਮਾਉਂਦੇ ਉਹ ਪ੍ਰਭੂ ਪਰਮੇਸ਼ਰ ਸੱਤ ਹੈ, ਉਹਦੀ ਸੱਤ ਸੱਤਾ ਸਭ ਵਿੱਚ ਸੋਭ ਰਹੀ ਹੈ। ਸੋ ਉਹਦੇ ਬੁੱਝਣ ਵਾਲੇ ਗਿਆਨਵਾਨ ਨੂੰ ਇਸ ਤਰ੍ਹਾਂ ਸਭ ਕੁਝ ਸੱਤ ਪ੍ਰਤੀਤ ਹੁੰਦਾ। ਸੋ ਇਸ ਤਰ੍ਹਾਂ ਇਹ ਜਿਹੜਾ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਸ਼ਲੋਕ ਆਦਿ ਸੱਚ ਜੁਗਾਦਿ ਸੱਚ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਇੱਥੇ ਭੇ ਅੱਖਰ ਉਚਾਰਿਆ ਹੈ। ਸੋ ਜਦੋਂ ਮਹਾਰਾਜ ਬਾਣੀ ਰਚ ਰਹੇ ਸੀ, ਸੋ ਉਸ ਵਕਤ ਬਾਬਾ ਸ੍ਰੀ ਚੰਦ ਜੀ ਆਏ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਕਾਰ ਵਜੋਂ ਬਚਨ ਕੀਤਾ, ਕਹਿਣ ਲੱਗੇ ਬਾਣੀ ਉਚਾਰ ਰਹੇ ਹੋ? ਕਹਿਣ ਲੱਗੇ ਹਾਂ ਜੀ। ਸੋ ਕਹਿਣ ਲੱਗੇ ਆਓ ਮਹਾਰਾਜ ਜੀ ਤੁਸੀਂ ਵੀ ਕਰੋ ਕਿਰਪਾ, ਵੱਡੇ ਹੋ। ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਨਹੀਂ, ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ, ਇਹ ਤੁਹਾਡੀ ਹੀ ਸੇਵਾ ਹੈ। ਕਹਿਣ ਲੱਗੇ ਨਹੀਂ ਜੀ ਤੁਸੀਂ ਜ਼ਰੂਰ ਉਚਾਰੋ ਕੁਛ। ਉਸ ਵਕਤ ਬਾਬਾ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਹ ਦੋ ਸਿਹਾਰੀਆਂ ਦਾ ਭੇਦ ਰੱਖ ਕੇ ਗੁਰੂ ਨਾਨਕ ਦੇਵ ਜੀ ਵਾਲਾ ਹੀ ਸ਼ਲੋਕ ਉਚਾਰ ਕੇ ਸੁਣਾ ਦਿੱਤਾ। ਸੋ ਮਹਾਰਾਜ ਨੇ ਇਸ ਥਾਂ ਦੇ ਉੱਤੇ ਫਿਰ ਇਹ ਸ਼ਲੋਕ ਦਰਜ ਕੀਤਾ। ਕਈ ਭੁੱਲੜ ਲੋਕ ਕਹਿੰਦੇ ਕਿ ਮਹਾਰਾਜ ਨੂੰ ਬਾਣੀ ਅੱਗੇ ਫੁਰਦੀ ਨਹੀਂ ਸੀ, ਬਾਬਾ ਸ੍ਰੀ ਚੰਦ ਜੀ ਆਏ ਤਾਂ ਬਾਣੀ ਫੁਰੀ। ਇਹ ਉਹਨਾਂ ਦਾ ਭੁਲੇਖਾ ਹੀ ਹੈ। ਅਸ਼ਟਪਦੀ ਚਰਨ ਸਤ, ਸਤ ਪਰਸਨਹਾਰ, ਪੂਜਾ ਸਤ, ਸਤ ਸੇਵਦਾਰ। ਉਸ ਵਾਹਿਗੁਰੂ ਦੇ ਚਰਨ ਸਤ ਹਨ। ਉਹਨਾਂ ਚਰਨਾਂ ਨੂੰ ਪਰਸਨਹਾਰ ਜਿਹੜਾ ਛੋਹਣ ਵਾਲਾ ਵੀ ਸਤ ਹੈ। ਉਸ ਵਾਹਿਗੁਰੂ ਦੀ ਪੂਜਾ ਸਤ ਹੈ। ਪੂਜਾ ਦੇ ਕਰਨ ਵਾਲੇ ਸੇਵਾਦਾਰ ਵੀ ਸਤ ਹਨ। ਦਰਸ਼ਨ ਸਤ, ਸਤ ਪੇਖਨਹਾਰ, ਨਾਮ ਸਤ, ਸਤ ਧਿਆਵਨਹਾਰ। ਉਸ ਵਾਹਿਗੁਰੂ ਦਾ ਦਰਸ਼ਨ ਸਤ ਹੈ ਤੇ ਦਰਸ਼ਨ ਦੇ ਵੇਖਣ ਵਾਲੇ ਪੁਰਸ਼ ਵੀ ਸਤ ਨੇ। ਸਤ ਸਰੂਪ ਦਾ ਨਾਮ ਸੱਚਾ ਹੈ ਅਤੇ ਨਾਮ ਦੇ ਧਿਆਉਣ ਵਾਲੇ ਮਨੁੱਖ ਵੀ ਸੱਚੇ ਨੇ। ਆਪ ਸਤ, ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ। ਉਹ ਵਾਹਿਗੁਰੂ ਆਪ ਸੱਚਾ, ਉਹਦੀ ਮਰਿਆਦਾ ਧਾਰੀ ਹੋਈ ਵੀ ਸਾਰੀ ਸੱਚੀ ਹੈ। ਆਪ ਹੀ ਗੁਣ ਰੂਪ ਹੈ ਅਤੇ ਆਪ ਹੀ ਗੁਣਕਾਰੀ, ਗੁਣਾਂ ਦੇ ਕਰਨ ਵਾਲਾ ਹੈ। ਸ਼ਬਦ ਸਤ, ਸਤ ਪ੍ਰਭ ਭਗਤਾ, ਸੁਰਤ ਸਤ, ਸਤ ਜਸ ਸੁਨਤਾ। ਉਸ ਦਾ ਜੋ ਸ਼ਬਦ ਭਾਵ ਹੁਕਮ ਸੱਚਾ ਹੈ ਤੇ ਹੁਕਮ ਦੇ ਭਗਤਾ ਉਚਾਰਨ ਵਾਲਾ ਪ੍ਰਭੂ ਆਪ ਵੀ ਸਤ ਹੈ। ਸੋ ਇਸ ਤਰ੍ਹਾਂ ਸੁਰਤ ਹੁੰਦਾ ਗਿਆਤ, ਸੋ ਰਤ ਹੁੰਦਾ ਸ੍ਰੇਸ਼ਟ ਪ੍ਰੀਤੀ ਸੱਚੀ ਹੈ। ਜੋ ਜਸ ਨੂੰ ਸੁਣਦਾ ਉਹ ਵੀ ਸਤ ਹੈ। ਪਰਮੇਸ਼ਰ ਦਾ ਜਸ ਸਤ ਹੈ ਤੇ ਜੋ ਪੁਰਸ਼ ਸੁਰਤ ਲਗਾ ਕੇ ਜਸ ਨੂੰ ਸੁਣਦਾ ਉਹ ਵੀ ਸੱਚਾ ਹੈ। ਬੁੱਝਣਹਾਰ ਕਉ ਸਤ ਸਭ ਹੋਏ, ਨਾਨਕ ਸਤ, ਸਤ ਪ੍ਰਭ ਸੋਏ। ਉਹਦੇ ਬੁੱਝਣ ਵਾਲੇ ਗਿਆਨਵਾਨ ਨੂੰ ਸਭ ਕੁਝ ਸਤ ਪ੍ਰਤੀਤ ਹੁੰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ, ਉਹ ਵਾਹਿਗੁਰੂ ਪਿੱਛੇ ਵੀ ਸਤ ਸੀ, ਹੁਣ ਸਤ ਹੈ, ਅੱਗੇ ਵੀ ਸਤ ਹੋਵੇਗਾ। ਉਹ ਵਾਹਿਗੁਰੂ ਸਤ ਹੁੰਦਾ, ਨਿਸ਼ਚੈ ਕਰਕੇ ਸਤ ਸਰੂਪ ਹੈ। ਉਹ ਵਾਹਿਗੁਰੂ ਸਤ ਤੋਂ ਸਤ ਹੈ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਜਿਹਨੇ ਆਪਣੇ ਹਿਰਦੇ ਵਿੱਚ ਮਾਨਿਆ, ਅਨੁਭਵ ਕਰ ਲਿਆ ਕਿ ਉਹ ਵਾਹਿਗੁਰੂ ਸਤ ਚੇਤਨ ਆਨੰਦ ਸਰੂਪ ਹੈ, ਉਸ ਨੇ ਸਭ ਗੱਲਾਂ ਦੇ ਕਰਨ ਤੇ ਕਰਾਉਣ ਵਾਲੇ ਮੂਲ ਰੂਪ ਪਰਮੇਸ਼ਰ ਨੂੰ ਪਛਾਣ ਲਿਆ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ।
ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਵਿਸ਼ਵਾਸ ਹੋ ਗਿਆ, ਭਰੋਸਾ ਹੋ ਆਇਆ, ਉਹਦੇ ਮਨ ਵਿੱਚ ਤੱਤ ਗਿਆਨ ਹੁੰਦਾ ਹੈ, ਯਥਾਰਥ ਗਿਆਨ। ਇਸ ਪ੍ਰਕਾਰ ਤੱਤ ਸਿਧਾਂਤ ਰੂਪ ਜੋ ਪਰਮੇਸ਼ਰ ਹੈ ਉਹਦਾ ਗਿਆਨ ਪ੍ਰਗਟ ਹੋ ਆਇਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਉਹ ਜਮਾਂ ਦੇ ਡਰ ਤੋਂ ਨਿਰਭਉ ਨਿਡਰ ਹੋ ਕੇ ਵਸਦਾ, ਨਿਡਰ ਹੋ ਕੇ ਉਹ ਵਸਦਾ ਜੀਵ। ਜਮਾਂ ਦੇ ਡਰ ਤੋਂ ਨਿਡਰ ਹੋ ਕੇ ਸਰੂਪ ਘਰ ਵਿੱਚ ਵਸਦਾ ਹੈ। ਉਹ ਜਿਸ ਸਤ ਸਰੂਪ ਤੋਂ ਉਪਜਿਆ ਪੈਦਾ ਹੋਇਆ ਸੀ, ਉਸੇ ਸਤ ਸਰੂਪ ਦੇ ਵਿੱਚ ਸਮਾ ਗਿਆ। ਬਸਤ ਮਾਹੇ ਲੈ ਬਸਤ ਗਡਾਈ, ਤਾ ਕਉ ਭਿੰਨ ਨਾ ਕਹਿ ਨਾ ਜਾਈ। ਜਿਵੇਂ ਕਿਸੇ ਵਸਤੂ ਵਿੱਚ ਵਸਤੂ ਗਡਾਈ ਹੁੰਦੀ, ਮਿਲਾ ਦਿੱਤੀ ਜਾਵੇ ਤਾਂ ਫਿਰ ਉਹਨੂੰ ਵੱਖਰਾ ਨਹੀਂ ਕਿਹਾ ਜਾਂਦਾ। ਇਸੇ ਤਰ੍ਹਾਂ ਅਦਵੈਨੰਦ ਰੂਪੀ ਵਸਤੂ ਦੇ ਵਿੱਚ ਕੁਟਸਥ ਰੂਪ ਵਸਤੂ ਨੂੰ ਲੈ ਕੇ ਗਡਾਈ ਭਾਵ ਮੇਲ ਦਿੱਤਾ। ਕਹਿਣ ਤੋਂ ਭਾਵ ਕਿ ਵਾਚਿਆ ਵਾਚਿਆ ਭਾਗ ਤੇ ਆ ਕੇ ਲਕਸ਼ ਲਕਸ਼ ਭਾਗ ਦੀ ਏਕਤਾ ਕਰ ਦਿੱਤੀ ਹੈ, ਤਾਂ ਫਿਰ ਉਹਨੂੰ ਭਿੰਨ ਭਾਵ ਵੱਖਰਾ ਨਹੀਂ ਕਿਹਾ ਜਾਂਦਾ। ਬੂਝੈ ਬੂਝਨਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਜਿਹੜਾ ਕੋਈ ਬੁੱਝਣੇ ਵਾਲਾ ਹੋ ਕੇ ਇਸ ਵਿਵੇਕ ਨੂੰ ਭਾਵ ਗਿਆਨ ਨੂੰ, ਵਿਚਾਰ ਨੂੰ ਸਮਝਦਾ ਹੈ, ਬੁੱਝਦਾ ਹੈ, ਮਹਾਰਾਜ ਕਥਨ ਕਰਦੇ ਨੇ, ਉਹ ਨਾਰਾਇਣ ਨਾਲ ਮਿਲ ਕੇ ਇੱਕ ਰੂਪ ਹੋ ਜਾਂਦਾ। ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ। ਠਾਕੁਰ ਦਾ ਸੇਵਕ ਆਪਣੇ ਠਾਕੁਰ ਦੀ ਆਗਿਆ ਮੰਨਣ ਵਾਲਾ ਹੁੰਦਾ ਹੈ। ਠਾਕੁਰ ਭਾਵ ਮਾਲਕ ਦਾ ਸੇਵਕ ਸਦਾ ਹੀ ਆਪਣੇ ਮਾਲਕ ਦਾ ਪੂਜਾਰੀ, ਉਹ ਆਪਣੀ ਪੂਜਾ ਮਾਲਕ ਦੀ ਹਮੇਸ਼ਾ ਉਹ ਕਰਦਾ ਹੀ ਰਹਿੰਦਾ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਹੈ। ਠਾਕੁਰ ਦੇ ਸੇਵਕ ਦੇ ਮਨ ਵਿੱਚ ਹਮੇਸ਼ਾ ਪ੍ਰਤੀਤ ਭਰੋਸਾ ਬਣਿਆ ਰਹਿੰਦਾ। ਠਾਕੁਰ ਦੇ ਸੇਵਕ ਦੀ ਜੋ ਵੀ ਰੀਤੀ ਆ ਉਹ ਨਿਰਮਲ ਹੁੰਦੀ ਹੈ। ਠਾਕੁਰ ਕਉ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਆਪਣੇ ਠਾਕੁਰ ਭਾਵ ਸੁਆਮੀ ਮਾਲਕ ਪਰਮੇਸ਼ਰ ਨੂੰ ਸੇਵਕ ਆਪਣੇ ਅੰਗ ਸੰਗ ਜਾਣਦਾ, ਕਿਉਂਕਿ ਵਾਹਿਗੁਰੂ ਦਾ ਸੇਵਕ ਨਾਮ ਦੇ ਰੰਗ ਪ੍ਰੇਮ ਵਿੱਚ, ਆਨੰਦ ਵਿੱਚ ਰੰਗਿਆ ਰਹਿੰਦਾ। ਸੇਵਕ ਕਉ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ। ਇਹੋ ਜਿਹੇ ਸੇਵਕ ਨੂੰ ਵਾਹਿਗੁਰੂ ਆਪ ਹੀ ਮਾਂ ਪਿਓ ਵਾਂਗ ਪਾਲਦਾ। ਇਹ ਨਿਰੰਕਾਰ ਵਾਹਿਗੁਰੂ ਸੇਵਕ ਦੀ ਹਰ ਥਾਂ ਦੇ ਉੱਤੇ ਇੱਜ਼ਤ ਪੈਜ ਪ੍ਰਤੱਗਿਆ ਰੱਖਦਾ। ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਥ ਸਾਥ ਸਮਾਰੈ। ਜਿਸ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਧਾਰਦਾ ਸੇਵਕ ਸਤਿਗੁਰੂ ਫਰਮਾਉਂਦੇ, ਉਹ ਸੇਵਕ ਵਾਹਿਗੁਰੂ ਨੂੰ ਸਵਾਸ ਸਵਾਸ ਸਮਾਰੈ ਤੋਂ ਭਾਵ ਚੇਤੇ ਕਰਦਾ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ। ਵਾਹਿਗੁਰੂ ਆਪਣੇ ਸੇਵਕ ਦਾ ਪਰਦਾ ਢੱਕਦਾ, ਕੱਜਦਾ ਹੈ ਅਤੇ ਆਪਣੇ ਸੇਵਕ ਦੀ ਜ਼ਰੂਰ ਇੱਜ਼ਤ ਰੱਖਦਾ। ਸਰ ਪਰ ਹੁੰਦਾ ਜ਼ਰੂਰ। ਆਪਣੇ ਦਾਸ ਕਉ ਦੇ ਵਡਾਈ, ਆਪਣੇ ਸੇਵਕ ਕਉ ਨਾਮ ਜਪਾਈ। ਉਹ ਵਾਹਿਗੁਰੂ ਆਪਣੇ ਸੇਵਕ ਨੂੰ ਵਡਿਆਈ ਦਿੰਦਾ, ਉਹ ਵਾਹਿਗੁਰੂ ਆਪਣੇ ਸੇਵਕ ਤੋਂ ਨਾਮ ਜਪਾਉਂਦਾ ਹੈ। ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤ ਮਿਤ ਕੋਇ ਨਾ ਲਾਖੈ। ਆਪਣੇ ਸੇਵਕ ਦੀ ਆਪ ਹੀ ਇੱਜ਼ਤ ਰੱਖਦਾ, ਉਹਦੀ ਗਤੀ ਦੀ ਮਿਤ ਮਰਿਆਦਾ ਨੂੰ ਕੋਈ ਵੀ ਨਹੀਂ ਜਾਣਦਾ। ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ। ਸੋ ਪਹੁੰਚੈ ਪਾਠ ਕਰਨਾ ਦਲੈਂਕੜੇ ਕਰਕੇ। ਪਰਮੇਸ਼ਰ ਦੇ ਸੇਵਕ ਨੂੰ ਕੋਈ ਨਹੀਂ ਪੁੱਜ ਸਕਦਾ, ਭਾਵ ਉਹਦੇ ਬਰਾਬਰ ਕੋਈ ਨਹੀਂ ਹੋ ਸਕਦਾ, ਕਿਉਂਕਿ ਪਰਮੇਸ਼ਰ ਦੇ ਸੇਵਕ ਉੱਚੇ ਤੋਂ ਉੱਚੇ ਹਨ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਜੋ ਜੀਵ ਵਾਹਿਗੁਰੂ ਨੇ ਆਪਣੀ ਸੇਵਾ 'ਚ ਲਗਾਇਆ ਹੋਇਆ, ਸਤਿਗੁਰੂ ਮਹਾਰਾਜ ਫਰਮਾਉਂਦੇ, ਉਹ ਸੇਵਕ ਦਸੋ ਦਿਸ਼ਾ 'ਚ ਪ੍ਰਗਟ ਹੋ ਆਉਂਦਾ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੈ ਲਸਕਰ ਕੋਟ ਲਾਖੈ। ਕਿਵੇਂ ਪ੍ਰਗਟ ਹੋ ਆਉਂਦਾ? ਕਹਿੰਦੇ, ਜੇ ਵਾਹਿਗੁਰੂ ਨਿੱਕੀ ਕੀੜੀ ਵਿੱਚ ਆਪਣੀ ਕਲ ਹੁੰਦੀ ਸ਼ਕਤੀ ਰੱਖ ਦੇਵੇ ਤਾਂ ਉਹ ਲੱਖਾਂ ਕਰੋੜਾਂ ਲਸਕਰ ਜਿਹੜੀਆਂ ਹੁੰਦੀਆਂ ਫੌਜਾਂ ਨੂੰ ਭਸਮ ਕਰ ਦਿੰਦੀ, ਨਾਸ਼ ਕਰ ਦਿੰਦੀ ਹੈ। ਇਸੇ ਤਰ੍ਹਾਂ ਨੀਕੀ ਕੀਰੀ ਗਰੀਬ ਵਿੱਚ ਆਪਣੀ ਸ਼ਕਤੀ ਰੱਖ ਦੇਵੇ ਤਾਂ ਉਹ ਗਰੀਬ ਲੱਖਾਂ ਕਰੋੜਾਂ ਫੌਜਾਂ ਨੂੰ ਸੁਆਹ ਕਰ ਸਕਦਾ ਹੈ। ਅੰਤਰੀ ਭਾਵ 'ਚ ਜੇ ਵਾਹਿਗੁਰੂ ਨੀਕੀ ਕੀਰੀ ਨਿਮਰਤਾ ਵਾਲੀ ਬਿਰਤੀ ਵਿੱਚ ਆਪਣੀ ਸ਼ਕਤੀ ਰੱਖ ਦੇਵੇ, ਭਾਵ ਬ੍ਰਹਮਾਕਾਰ ਬਿਰਤੀ ਕਰ ਦੇਵੇ, ਤਾਂ ਲੱਖਾਂ ਕਰੋੜਾਂ ਫੌਜਾਂ ਰੂਪ ਸੰਸਾਰ ਨੂੰ ਭਸਮ ਕਰੇ ਮਿਥਿਆ ਰੂਪ ਨਿਸ਼ਚੈ ਕਰਦਾ। ਜਿਸ ਕਾ ਸਾਸ ਨਾ ਕਾਢਤੇ ਆਪ, ਤਾ ਕਉ ਰਾਖਤ ਦੇ ਕਰ ਹਾਥ। ਆਪ ਵਾਹਿਗੁਰੂ ਜਿਸ ਮਨੁੱਖ ਦਾ ਸਵਾਸ ਨਹੀਂ ਕੱਢਦਾ,
ਉਹਨੂੰ ਹੱਥ ਦੇ ਕੇ ਸਭ ਔਂਕੜਾਂ ਤੋਂ ਰੱਖ ਲੈਂਦਾ, ਫਿਰ ਉਹਦਾ ਸਵਾਸ ਹੋਰ ਕਿਹਨੇ ਕੱਢਣਾ। ਮਾਨਸ ਯਤਨ ਕਰਤ ਬਹੁ ਭਾਂਤ, ਤਿਸਕੇ ਕਰਤਬ ਬਿਰਥੇ ਜਾਤ। ਇਹ ਮਨੁੱਖ ਅਨੇਕਾਂ ਯਤਨ ਆਪ ਕਰਦਾ, ਪਰ ਉਹਦੇ ਸਾਰੇ ਕੀਤੇ ਹੋਏ ਕਰਤੱਵ ਜਿਹੜੇ ਨੇ ਉਹ ਬੇਅਰਥ ਨਿਸਫਲ ਹੀ ਚਲੇ ਜਾਂਦੇ ਆ। ਮਾਰਨ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਅਵਰ ਭਾਵ ਹੋਰ ਕੋਈ ਨਾ ਮਾਰ ਸਕਦਾ, ਨਾ ਹੀ ਰੱਖ ਸਕਦਾ। ਸਾਰਿਆਂ ਜੀਵਾਂ ਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਆਪ ਹੈ। ਬਿਨ ਭਗਵੰਤ ਨਾਹੀ ਅਨ ਕੋਏ, ਮਾਰਾ ਰਾਖਿਆ ਏਕੋ ਸੋਏ। ਜਿਵੇਂ ਮਨੁੱਖ ਕਿਸੇ ਦੀ ਜਾਨ ਬਚਾਉਣ ਲਈ ਭਾਵੇਂ ਕਿੰਨੇ ਯਤਨ ਕਰ ਲਵੇ, ਜੇ ਪਰਮੇਸ਼ਰ ਦੀ ਮਰਜ਼ੀ ਨਾ ਹੋਵੇ ਤਾਂ ਉਹਦੇ ਯਤਨ ਕੀਤੇ ਹੋਏ ਬੇਅਰਥ ਚਲੇ ਜਾਂਦੇ ਨੇ। ਬਹੁਤ ਯਤਨ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸੈ। ਬਿਖਮ ਥਾਨ ਬਸੰਤ ਉੱਚੈ, ਨਹਿ ਸਿਮਰੰਤ ਮਰਣੰ ਕਦਾਂਚ ਹੈ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ ਤੇ। ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਿਡਾਣੀ। ਇਹ ਪ੍ਰਾਣੀ ਤੂੰ ਕਾਹਦੇ ਵਾਸਤੇ ਸੋਚਾਂ 'ਚ ਪਿਆ, ਫਿਕਰਾਂ 'ਚ ਪਿਆ। ਮਹਾਰਾਜ ਫਰਮਾਉਂਦੇ ਜੋ ਵਾਹਿਗੁਰੂ ਅਲਖ ਤੇ ਵਿਡਾਣੀ ਇਸ ਚਾਰਜ ਰੂਪ ਆ, ਉਹਨੂੰ ਜਪਣਾ ਕਰ। ਕਿੰਨਾ ਜਪੀਏ ਜੀ? ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤਿਓ ਮਨ ਤਨ ਤ੍ਰਪੀਐ। ਭਾਈ ਮਨ ਬਾਣੀ ਸਰੀਰ ਕਰਕੇ ਬਾਰ-ਬਾਰ ਵਾਹਿਗੁਰੂ ਨੂੰ ਜਪਣਾ ਕਰ। ਸਤਸੰਗਤ ਰੂਪੀ ਬਾਰ ਹੁੰਦਾ, ਦਰਵਾਜ਼ੇ ਤੇ ਜਾ ਕੇ ਬਾਰੰਬਾਰ ਮੁੜ-ਮੁੜ ਕੇ ਵਾਹਿਗੁਰੂ ਨੂੰ ਜਪਣਾ ਕਰੀਏ। ਇਸ ਨਾਮ ਅੰਮ੍ਰਿਤ ਨੂੰ ਪੀ ਕੇ ਮਨ ਤੇ ਤਨ ਦੋਹਾਂ ਨੂੰ ਤ੍ਰਪੀਆ ਹੁੰਦਾ, ਤ੍ਰਿਪਤ ਕਰ ਲਈਏ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ। ਜਿਸ ਗੁਰਮੁਖ ਨੇ ਨਾਮ ਰੂਪ ਰਤਨ ਪ੍ਰਾਪਤ ਕਰ ਲਿਆ ਗੁਰਾਂ ਤੋਂ, ਉਹਨੂੰ ਨਾਮ ਵਰਗਾ ਹੋਰ ਕੁਝ ਫਿਰ ਨਿਗਾਹ ਹੀ ਨਹੀਂ ਆਇਆ। ਉਹਨੂੰ ਕੀ ਨਿਗਾਹ ਆਇਆ ਜੀ? ਨਾਮ ਧਨ, ਨਾਮੋ ਰੂਪ ਰੰਗ, ਨਾਮੋ ਸੁਖ, ਹਰ ਨਾਮ ਕਾ ਸੰਗ। ਫਿਰ ਤਾਂ ਨਾਮ ਹੀ ਉਹਦਾ ਧਨ ਹੈ, ਹੁਣ ਪੈਸੇ ਵੱਲ ਨਿਗਾਹ ਹੀ ਨਹੀਂ ਜਾਂਦੀ, ਤੇ ਨਾਮ ਹੀ ਉਹਦਾ ਰੂਪ ਰੰਗ ਹੈ। ਫਿਰ ਉਹ ਕਹਿੰਦੇ ਗੁਰਮੁਖ ਜਿਹੜੇ ਗਰੀਬੀ ਗਦਾ ਹਮਾਰੀ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਉਹਨੂੰ ਨਾਮ ਵਿੱਚ ਹੀ ਸੁਖ ਹੈ, ਇਸ ਲਈ ਉਹ ਹਰੀ ਨਾਮ ਦਾ ਹੀ ਸੰਗ ਭਾਵ ਸਾਥ ਕਰਦਾ, ਸਤਸੰਗ ਕਰਦਾ ਰਹਿੰਦਾ ਹਮੇਸ਼ਾ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾ ਮੈਂ ਨਾਮ ਸਮਾਨੇ। ਜਿਹੜੇ ਜੀਵ ਨਾਮ ਰਸ ਦੇ ਵਿੱਚ ਤ੍ਰਿਪਤਾਨੇ ਤ੍ਰਿਪਤ ਹੋਏ ਨੇ, ਉਹ ਮਨ ਤਨ ਦੁਆਰਾ ਨਾਮੈ ਤੋਂ ਭਾਵ ਨਾਮ ਨੂੰ ਜਪਦੇ ਹੋਏ ਨਾਮੀ ਪਰਮਾਤਮਾ ਵਿੱਚ ਸਮਾਨੇ ਸਮਾ ਗਏ ਹਨ। ਉਹਨਾਂ ਦਾ ਕੀ ਕਰਮ ਬਣ ਗਿਆ? ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਮਹਾਰਾਜ ਫਰਮਾਉਂਦੇ ਸੇਵਕ ਜਨਾਂ ਦਾ ਸਦਾ ਲਈ ਇਹੋ ਕੰਮ ਹੈ, ਜੇ ਉੱਠਦਿਆਂ ਬਹਿੰਦਿਆਂ ਤੇ ਸੁੱਤਿਆਂ ਨਾਮ ਹੀ ਜਪਦੇ ਰਹਿੰਦੇ ਹਰ ਵਕਤ, ਕਿਉਂਕਿ ਉਹਨਾਂ ਨੂੰ ਹੁਣ ਨਾਮ ਹੀ ਤਾਂ ਸਾਰਾ ਕੁਛ ਹੈ। ਲੋਕ ਉੱਠਦੇ ਬਹਿੰਦੇ ਮਾਇਆ ਮਾਇਆ ਕਰਦੇ ਆ, ਉਹਨਾਂ ਨੂੰ ਉਨਾ ਕੁ ਗਿਆਨ ਹੈ। ਜਿਨ੍ਹਾਂ ਨੂੰ ਨਾਮ ਦਾ ਗਿਆਨ ਹੋ ਗਿਆ, ਉੱਠਦੇ ਬਹਿੰਦੇ ਵਾਹਿਗੁਰੂ ਵਾਹਿਗੁਰੂ ਕਰਦੇ ਆ। ਸਤਿਗੁਰੂ ਆਪਾਂ ਨੂੰ ਫਰਮਾਉਂਦੇ ਸਾਰਿਆਂ ਨੂੰ, ਬੋਲਹੁ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ। ਇਹ ਭਾਈ ਰਾਤ ਦਿਨ ਜੀਭ ਨਾਲ ਵਾਹਿਗੁਰੂ ਦਾ ਜਸ ਬੋਲਣਾ ਕਰੋ। ਵਾਹਿਗੁਰੂ ਨੇ ਆਪਣੇ ਸੇਵਕ ਜਨਾਂ ਨੂੰ ਇਹੋ ਦਾਤ ਦਿੱਤੀ ਹੈ। ਫਿਰ ਦੇਖੋ ਜਿਹੜੀ ਤੈਨੂੰ ਦਾਤ ਦਿੱਤੀ ਹੈ, ਜੀਭ ਦਿੱਤੀ ਹੈ, ਇਹ ਵੀ ਤਾਂ ਦਾਤ ਹੀ ਹੈ। ਮੂੰਹ ਨਾਲ ਬੋਲ ਵਾਹਿਗੁਰੂ, ਐਡੀ ਵੱਡੀ ਦਾਤ ਦਿੱਤੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਰਹਿ ਭਗਤ ਆਤਮ ਕੈ ਚਾਹੇ, ਪ੍ਰਭ ਆਪਣੇ ਸਿਉ ਰਹਿ ਸਮਾਏ। ਪ੍ਰਭੂ ਦੇ ਸੇਵਕ ਆਤਮ ਕੈ ਚਾਹੇ, ਮਨ ਦੇ ਉਤਸ਼ਾਹ ਨਾਲ ਭਗਤੀ ਕਰਦੇ ਰਹਿੰਦੇ ਹਨ, ਇਸ ਕਰਕੇ ਉਹ ਆਪਣੇ ਪ੍ਰਭੂ ਨਾਲ ਸਮਾ ਜਾਂਦੇ ਹਨ। ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਜੋ ਹੋਇਆ ਉਹਨੂੰ ਹੋਵਤ ਕਰਕੇ ਜਾਣਦੇ। ਭਾਵ ਠੀਕ ਆ ਬਈ, ਵਾਹਿਗੁਰੂ ਨੇ ਠੀਕ ਕੀਤਾ, ਸੱਚਾ ਕਰਕੇ ਜਾਣਦੇ ਨੇ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਅਤੇ ਹਰ ਵੇਲੇ ਆਪਣੇ ਪ੍ਰਭੂ ਦਾ ਹੁਕਮ ਪਛਾਣਦੇ ਆ, ਸਭ ਉਹਦੇ ਹੁਕਮ 'ਚ ਕਹਿੰਦੇ, ਤਾਈਓ ਤਾਂ ਸੇਵਕ ਬਣਦੇ ਨੇ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਨੋ। ਉਸ ਗੁਰਮੁਖ ਦੀ ਮਹਿਮਾ ਕੌਣ ਭਾਵੀ, ਕਿਹੜੀ ਆਖਾਂ ਭਾਈ? ਮੈਂ ਕੌਣ ਆ ਜੋ ਉਹਦੀ ਮਹਿਮਾ ਆਖ ਸਕਾਂ? ਮੈਂ ਤਾਂ ਉਹਦੀ ਇੱਕ ਗੁਣ ਵੀ ਕਹਿਣਾ ਨਹੀਂ ਜਾਣਦਾ, ਕਿਉਂਕਿ ਉਹ ਤਾਂ ਬਹੁਤ ਵੱਡੇ ਗੁਰਮੁਖ ਨੇ। ਆਠ ਪਹਿਰ ਪ੍ਰਭ ਬਸਹਿ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਉਹ ਅੱਠੇ ਪਹਿਰ ਵਾਹਿਗੁਰੂ ਦੇ ਕੋਲ ਵਸਦੇ ਆ, ਵਾਹਿਗੁਰੂ ਉਹਨਾਂ ਦੇ ਕੋਲ ਵਸਦਾ। ਮਹਾਰਾਜ ਕਹਿੰਦੇ ਕਿ ਉਹ ਮਨੁੱਖ ਪੂਰੇ ਸੰਤ ਹਨ, ਹਰ ਵਕਤ ਉਹਨਾਂ ਦੇ ਕੋਲ ਪਰਮਾਤਮਾ ਹਾਜ਼ਰ ਨਾਜ਼ਰ ਹੈ। ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ।
ਇਹ ਮੇਰੇ ਮਨ ਤੂੰ ਉਹਨਾਂ ਸੰਤਾਂ ਦੀ ਓਟ ਲੈਣਾ ਕਰ, ਉਹਨਾਂ ਮਹਾਂਪੁਰਖਾਂ ਨੂੰ ਆਪਣਾ ਮਨ ਤਨ ਦੇਣਾ ਕਰ, ਜਿਨ੍ਹਾਂ ਦੇ ਕੋਲ ਹਰ ਵਕਤ ਪਰਮੇਸ਼ਰ ਵਸਦੇ ਨੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਜਿਨ੍ਹਾਂ ਸੰਤਾਂ ਨੇ ਸੰਤ ਜਿਨ੍ਹਾਂ ਨੇ ਆਪਣੇ ਵਾਹਿਗੁਰੂ ਨੂੰ ਪਛਾਣਿਆ, ਉਹ ਸੰਤ ਜਾਨੀ ਸਾਰਿਆਂ ਥੋਕਾਂ ਦੇ ਪਦਾਰਥਾਂ ਦੇ ਦਾਤੇ ਨੇ ਵਾਹਿਗੁਰੂ ਦੇ। ਉਹ ਤਾਂ ਭੰਡਾਰੀ ਬਣਾ ਤੇ ਰੱਬ ਨੇ, ਵੰਡੀ ਜਾਓ ਭਾਈ। ਤਿਸ ਕੀ ਸਰਨ ਸਰਬ ਸੁਖ ਪਾਵਹਿ, ਤਿਸ ਕੈ ਦਰਸ ਸਭ ਪਾਪ ਮਿਟਾਵਹਿ। ਉਹਦੀ ਸ਼ਰਨ ਵਿੱਚ ਪੈ ਕੇ ਤੂੰ ਸਾਰਿਆਂ ਸੁੱਖਾਂ ਨੂੰ ਪਾਏਂਗਾ, ਉਸੇ ਦੇ ਦਰਸ਼ਨ ਕਰਨ ਨਾਲ ਸਾਰਿਆਂ ਪਾਪਾਂ ਨੂੰ ਮਿਟਾ ਲਵੇਂਗਾ, ਕਿਉਂਕਿ ਉਹ ਅਕਾਲ ਦਾ ਰੂਪ ਹੋ ਚੁੱਕਿਆ ਹੈ। ਉਹ ਅੰਦਰੋਂ ਖਤਮ ਹੋ ਗਿਆ ਆਪਣਾ ਆਪ ਉਹਦਾ। ਅਬ ਤੂੰ ਹੀ ਮੈਂ ਨਾਹੀਂ, ਉਹ ਇਹ ਰੂਪ ਧਾਰ ਗਿਆ ਹੁਣ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ। ਹੋਰ ਸਾਰੀਆਂ ਸਿਆਣਪਾਂ ਨੂੰ ਛੱਡ ਦੇ, ਉਹ ਸੰਤ ਜਨਾਂ ਦੀ ਸੇਵਾ ਜਾ ਕੇ ਲੱਗ ਜਾ। ਇਹ ਜਿਹੜੀਆਂ ਲੋਕ ਸਿਆਣਪਾਂ ਮਾਰਦੇ ਨੇ, ਇਹਨਾਂ ਸਾਰੀਆਂ ਸਿਆਣਪਾਂ ਨੂੰ ਛੱਡ ਦੇ, ਇਹਨਾਂ ਦੇ ਮਗਰ ਨਾ ਤੂੰ ਲੱਗ। ਆਵਨ ਜਾਨ ਨ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਮਹਾਰਾਜ ਫਰਮਾਉਂਦੇ, ਉਹ ਸੰਤ ਜਿਨ੍ਹਾਂ ਦੇ ਚਰਨਾਂ ਨੂੰ ਸਦਾ ਪੈਰਾਂ ਨੂੰ ਪੂਜਣਾ ਕਰ, ਤਾਂ ਤੇਰਾ ਮੁੜ ਕੇ ਸੰਸਾਰ ਵਿੱਚ ਆਉਣਾ ਜਾਣਾ, ਜੰਮਣਾ ਮਰਨਾ ਨਹੀਂ ਹੋਵੇਗਾ। ਸਿੱਖ ਨੇ ਬੇਨਤੀ ਕੀਤੀ, ਸਤਿਗੁਰੂ ਦੇ ਕੀ ਲੱਛਣ ਹਨ ਮਹਾਰਾਜ? ਤਾਂ ਸਤਿਗੁਰੂ ਫਰਮਾਉਂਦੇ ਹਨ, ਭਾਈ ਇਸ ਅਸ਼ਟਪਦੀ ਵਿੱਚ ਗੁਰੂ ਸਾਹਿਬ ਦੇ ਸਤਿਗੁਰੂ ਜੀ ਗੁਣ ਦੱਸਦੇ ਨੇ। ਅੱਗੇ ਜੋ ਅਸ਼ਟਪਦੀ 18ਵੀਂ ਬਖਸ਼ਿਸ਼ ਕਰ ਰਹੇ ਨੇ, ਸ਼ਲੋਕ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਮਹਾਰਾਜ 18ਵੇਂ ਸ਼ਲੋਕ ਅਸ਼ਟਪਦੀ 'ਚ ਬਖਸ਼ਿਸ਼ ਕਰਦੇ ਵੀ ਜਿਸ ਨੇ ਸਤਿਪੁਰਖ ਪਰਮੇਸ਼ਰ ਨੂੰ ਜਾਣ ਲਿਆ ਅਤੇ ਸਤਿਪੁਰਖ ਦੇ ਜੋ ਜਾਣਨ ਵਾਲੇ ਅਕਾਲ ਪੁਰਖ ਨੂੰ ਜਾਣਨ ਵਾਲੇ ਹਨ, ਉਹਨਾਂ ਦਾ ਨਾਮ ਕੀ ਆ? ਉਹ ਭਾਵ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਹੈ, ਉਹਦਾ ਨਾਮ ਹੈ ਸਤਿਗੁਰੂ। ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਉਸ ਗੁਰੂ ਦੀ ਸੰਗਤ 'ਚ ਮਿਲ ਕੇ ਜਿਹੜਾ ਸਿੱਖ ਹਰੀ ਦੇ ਗੁਣ ਗਾਉਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਅਸ਼ਟਪਦੀ। ਸਤਿਗੁਰ ਸੇਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ।